ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਆਫੀਸ਼ੀਅਲ ਐਪ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਕੱਲ ਇੱਥੇ ਜੀਐਸ ਸਟਾਰਟ ਕੀਤੀ ਸੀਗੀ, ਇਹ ਅੱਜ ਡੈਮੋ ਕਲਾਸ ਦਾ ਪਾਰਟ 2 ਹੈ। ਤੇ ਆਪਣਾ ਜਿਹੜਾ ਬੈਚ ਚੱਲ ਰਿਹਾ ਬੇਟੇ ਪੋਜ਼ਿਟਿਵ ਅਲਾਈਅੰਸ ਪੰਜਾਬ, ਜਿਹਦੇ ਵਿੱਚ ਠੀਕ ਹੈ ਜੀ ਆਪਾਂ 3 ਟੀਚਰ ਮਿਲ ਕੇ ਕੰਮ ਕਰ ਰਹੇ ਹਾਂ। ਤੇ ਜੇ ਕੋਈ ਬੱਚਾ ਜੁਆਇਨ ਕਰਨਾ ਚਾਹੁੰਦਾ ਬੇਟੇ ਇਸ ਨੰਬਰ ਤੇ ਮੈਸੇਜ ਕਰਕੇ ਇਹਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਜਿਹੜੇ ਬੱਚੇ ਨਵੇਂ ਨੇ ਜਿਨ੍ਹਾਂ ਨੂੰ ਆਪਣੀ ਐਪ ਬਾਰੇ ਨਹੀਂ ਪਤਾ ਬੇਟੇ, ਤੇ ਪੋਜ਼ਿਟਿਵ ਬਾਈ ਪੰਜਾਬ ਨਾਮ ਦੀ ਆਪਣੀ ਐਪ ਹੈ ਐਂਡਰੋਇਡ ਫੋਨ ਵਾਸਤੇ, ਤੇ ਆਈਫੋਨ ਵਾਸਤੇ ਆਪਾਂ ਕਲਾਸ ਪਲੱਸ ਨਾਮ ਦੀ ਐਪਲੀਕੇਸ਼ਨ ਡਾਊਨਲੋਡ ਕਰਦੇ ਹੁੰਨੇ ਆ। ਤੇ ਉੱਥੇ ਆਪਾਂ ORG ਕੋਡ ਪਾਉਣੇ ਹੁੰਨੇ ਆ। ਆਪਣਾ ਕੋਡ ਹੈਗਾ ਜੀ QTPTE, ਚਾਹੇ ਸਮਾਲ ਚ ਪਾ ਦਿਓ, ਚਾਹੇ ਅਪਰ ਕੇਸ ਚ, ਚਾਹੇ ਲੋਅਰ ਕੇਸ ਚ ਪਾ ਦਿਓ, ਕੋਈ ਚੱਕਰ ਨਹੀਂ ਹੈਗਾ। ਤਾਂ ਸਟਾਰਟ ਕਰਦੇ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਇਸ ਕਲਾਸ ਨੂੰ। ਠੀਕ ਹੈ ਜੀ। ਤਾਂ ਥੋੜਾ ਜਿਹਾ ਹਜੇ ਟਾਈਮ ਦੀ ਕਮੀ ਕਰਕੇ ਹੋ ਸਕਦਾ ਵੀ YouTube ਤੇ ਕੰਟੀਨਿਊਟੀ ਇਹ ਕਲਾਸ ਨਾ ਮਿਲੇ, ਹੌਲੀ ਹੌਲੀ ਇਹਨੂੰ ਕੰਟੀਨਿਊ ਕਰ ਦਾਂਗੇ ਆਪਾਂ। ਫਿਲਹਾਲ ਦੀ ਘੜੀ ਬੈਚ ਦੇ ਵਿੱਚ ਤਾਂ ਸਾਰੀਆਂ ਕਲਾਸਾਂ ਰੈਗੂਲਰ ਚੱਲ ਰਹੀਆਂ ਨੇ। ਤਾਂ ਗੱਲ ਕਰਦੇ ਦੇਖੋ ਬੇਟਾ, ਮੇਰਾ ਇਹ ਲਿਆਉਣ ਦਾ ਮਕਸਦ ਇਹੀ ਸੀਗਾ ਵੀ ਪੜ੍ਹਦੇ ਆਪਾਂ ਸਾਰੇ ਹੀ ਆ, ਸਾਰੀ ਮਿਹਨਤ ਕਰਦੇ ਆ, ਸਾਰੇ ਬੰਦੇ ਹੀ ਮਿਹਨਤ ਕਰ ਰਹੇ ਨੇ, ਪਰ ਰਾਈਟ ਡਾਇਰੈਕਸ਼ਨ 'ਚ ਜਦੋਂ ਆਪਾਂ ਮਿਹਨਤ ਕਰਾਂਗੇ ਤਾਂ ਡੈਫੀਨੇਟਲੀ ਆਪਾਂ ਨੂੰ ਉਹਦਾ ਰਿਜ਼ਲਟ ਮਿਲੂਗਾ। ਤੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਜਿਹੜੀ ਜੀਕੇ ਹੈਗੀ ਹੈ ਬਹੁਤ ਵੱਡਾ ਸਮੁੰਦਰ ਹੈ, ਜੇ ਕਹਾਣੀ ਬਣਾ ਕੇ ਨਹੀਂ ਪੜੋਗੇ ਤਾਂ ਤੁਹਾਡੇ ਪੱਲੇ ਨਹੀਂ ਪਊਗੀ, ਰੱਟੇ ਨਹੀਂ ਮਾਰਨੇ ਆਪਾਂ। ਤਾਂ ਕੱਲ ਮੈਂ ਤੁਹਾਨੂੰ ਪੜ੍ਹਾ ਕੇ ਗਿਆ ਜੀ ਕੰਪਨੀ ਰੂਲ ਪੜ੍ਹਾਤਾ ਤੁਹਾਨੂੰ ਮੈਂ ਸਾਰਾ, ਵੀ ਕੰਪਨੀ ਨੇ ਕਿਵੇਂ ਰੂਲ ਕੀਤਾ, ਕਿਵੇਂ ਕੰਪਨੀ ਆਈ ਸੀ ਆਪਣੇ ਦੇਸ਼ ਦੇ ਵਿੱਚ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਆਹ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ, ਪਹਿਲਾਂ ਉਹ ਦੇਖ ਕੇ ਆਇਓ। ਤਾਂ ਕੰਪਨੀ ਦਾ ਰੂਲ ਸੀਗਾ ਚੱਲ ਰਿਹਾ ਸੀਗਾ ਜੀ, ਕੰਪਨੀ ਦਾ ਰੂਲ ਆਪਾਂ ਲਗਭਗ ਖਤਮ ਕਰਤਾ ਸੀਗਾ। ਤਾਂ ਅੱਜ ਆ ਗਿਆ ਜੀ ਕਰਾਊਨ ਰੂਲ। ਕਰਾਊਨ ਦਾ ਮਤਲਬ ਕੀ ਹੁੰਦਾ? ਤਾਜ ਹੁੰਦਾ। ਠੀਕ ਹੈ। ਤਾਂ ਤੁਹਾਨੂੰ ਪਤਾ ਜਿਹੜਾ ਯੂਕੇ ਗਵਰਨਮੈਂਟ ਹੈਗੀ ਹੈ, ਠੀਕ ਹੈ ਜੀ, ਤਾਂ ਹੁਣ ਯੂਕੇ ਗਵਰਨਮੈਂਟ ਡਾਇਰੈਕਟ ਇੱਥੇ ਰਾਜ ਕਰੂਗੀ, ਕੰਪਨੀ ਨੂੰ ਕੀ ਕਰ ਦੂਗੀ? ਅਬੋਲਿਸ਼ ਕਰ ਦੂਗੀ, ਕੰਪਨੀ ਨੂੰ ਕੀ ਕਰ ਦੂਗੀ? ਖਤਮ ਕਰ ਦੂਗੀ। ਤਾਂ ਕਹਿਣ ਦਾ ਭਾਵ ਕਿ ਜਦੋਂ ਯੂਕੇ ਗਵਰਨਮੈਂਟ ਡਾਇਰੈਕਟ ਇਨਵੋਲਵ ਹੋਗੀ ਤਾਂ ਆਪਾਂ ਇੱਥੇ ਜਿਵੇਂ ਪਿੱਛੇ ਪੜ੍ਹੇ ਆ ਰੈਗੂਲੇਟਿੰਗ ਐਕਟ ਪੜ੍ਹੇ ਆ, ਚਾਰਟਰ ਐਕਟ ਪੜ੍ਹੇ ਆ, ਹੁਣ ਇੱਥੇ ਜਿਹੜੀ ਐਕਟ ਆਉਣਗੇ ਉਹਨੂੰ ਆਪਾਂ ਕਵਾਂਗੇ ਜੀ ਗਵਰਨਮੈਂਟ ਆਫ ਇੰਡੀਆ ਐਕਟ। ਤਾਂ ਹੀ ਆਪਾਂ ਗਵਰਨਮੈਂਟ ਕਵਾਂਗੇ ਕਿਉਂਕਿ ਗਵਰਨਮੈਂਟ ਜਿਹੜੀ ਹੈਗੀ ਉਹ ਡਾਇਰੈਕਟ ਇਨਵੋਲਵ ਹੋਣੀ ਸ਼ੁਰੂ ਹੋ ਗਈ। ਤੇ ਇਹ ਹੋਇਆ ਕਿਉਂ ਸੀਗਾ? ਕਿਉਂਕਿ ਚਲੋ ਜਦੋਂ ਆਪਾਂ ਮਾਡਰਨ ਹਿਸਟਰੀ ਪੜਾਂਗੇ ਡਿਟੇਲ ਚ ਪੜ ਲਾਂਗੇ ਵੀ ਤੁਹਾਨੂੰ ਪਤਾ ਜਿਹੜਾ ਵਿਦਰੋਹ ਹੋਇਆ ਸੀਗਾ, ਰਿਵੋਲਟ ਹੋਇਆ ਸੀ 1857 ਦਾ, ਜਿਹਦੇ ਵਿੱਚ ਕੰਪਨੀ ਨੂੰ ਬਹੁਤ ਨੁਕਸਾਨ ਹੋਇਆ ਸੀ। ਕੰਪਨੀ ਦੇ ਥਾਂ ਥਾਂ ਤੇ ਜਿਹੜੇ ਬ੍ਰਾਂਚਿਸ ਸੀਗੀਆਂ ਅੱਗਾਂ ਲਗਾਤੀਆਂ ਸੀਗੀਆਂ। ਤਾਂ ਕਹਿਣ ਦਾ ਮਤਲਬ ਅੰਗਰੇਜ਼ ਹਿੱਲ ਗਏ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪਟਾਕੇ ਪਾ ਦੇਣਗੇ, ਪਤੰਦਰ ਬਹੁਤ ਅਣਖੀ ਨੇ। ਤਾਂ ਇਸ ਕਰਕੇ ਇਹਨਾਂ ਨੇ ਕੀ ਕੀਤਾ, ਥੋੜਾ ਜਿਹਾ ਵਿਸ਼ਵਾਸ ਚ ਲੈਣ ਦੀ ਕੋਸ਼ਿਸ਼ ਕੀਤੀ ਇੰਡੀਅਨ ਨੂੰ। ਤਾਂ ਇੱਥੇ ਇਹਨਾਂ ਨੇ ਕੀ ਕੀਤਾ ਜੀ, ਇੱਕ ਨਵੀਂ ਗੇਮ ਖੇਡੀ। ਪਤੰਦਰ ਚਲਾਕ ਬਹੁਤ ਸੀਗੇ ਫਰੰਗੀ। ਇਹਨਾਂ ਨੇ ਗੇਮ ਕੀ ਖੇਡੀ, ਇਹਨਾਂ ਨੇ ਕਹਿਤਾ ਵੀ ਜਿਹੜਾ ਅਸੀਂ ਐਕਟ ਲੈ ਕੇ ਆਏ ਆ 1858। ਅੱਛਾ, ਕਈ ਵਾਰੀ ਇਹ ਪੁੱਛ ਲੈਂਦੇ ਹੁੰਦੇ ਆ ਵੀ ਜਦੋਂ ਇਹ ਐਕਟ ਆਇਆ ਉਦੋਂ ਪ੍ਰਾਈਮ ਮਿਨਿਸਟਰ ਕੌਣ ਸੀਗਾ ਯੂਕੇ ਦਾ? ਤਾਂ ਉਦੋਂ ਯੂਕੇ ਦਾ ਪ੍ਰਾਈਮ ਮਿਨਿਸਟਰ ਕੌਣ ਸੀਗਾ ਜੀ? ਪੈਲਮਰ ਸਟੋਨ। ਠੀਕ ਹੈ ਜੀ, ਪੈਲਮਰ ਸਟੋਨ ਸੀਗਾ ਬੰਦਾ। ਉਸ ਟਾਈਮ ਤੇ ਯੂਕੇ ਦਾ ਕੀ ਸੀਗਾ? ਪ੍ਰਧਾਨ ਮੰਤਰੀ ਸੀਗਾ। ਉਹ ਲੈ ਕੇ ਆਇਆ ਸੀ ਇਹ ਬਿੱਲ 1858 ਵਾਲਾ। ਤਾਂ ਉਹਨੇ ਕੀ ਕੀਤਾ, ਉਹਨੇ ਪਤੰਦਰ ਨੇ ਆਉਂਦੇ ਸਾਰ ਕਹਿੰਦਾ ਜੀ ਜਿਹੜੀ ਕੰਪਨੀ ਹੈਗੀ ਆ ਈਸਟ ਇੰਡੀਆ ਕੰਪਨੀ ਆ, ਉਹਨੂੰ ਪੂਰੇ ਦਾ ਪੂਰਾ ਅਬੋਲਿਸ਼ ਕਰ ਦੋ, ਖਤਮ ਕਰ ਦੋ। ਕਹਿੰਦਾ ਸਾਰੀ ਸਾਰੀ ਪਾਵਰ ਕਿਹਨੇ ਲੈ ਲਈ ਹੈ? ਬ੍ਰਿਟਿਸ਼ ਕਰਾਊਨ ਨੇ ਲੈ ਲਈ, ਜਾਣੀ ਕਿ ਉਹ ਮੇਨ ਜਿਹੜਾ ਬੰਦਾ ਕੌਣ ਹੁੰਦਾ? ਪ੍ਰਧਾਨ ਮੰਤਰੀ, ਉਹਨੇ ਲੈ ਲਈ। ਕਹਿੰਦਾ ਵੀ ਸਾਡੇ ਕੋਲ ਪਾਵਰ ਹੈਗੀ, ਹੁਣ ਕੰਪਨੀ ਰੂਲ ਨਹੀਂ ਕਰੂਗੀ। ਮਤਲਬ ਝਾਂਸਾ ਦੇਣ ਦੀ ਕੋਸ਼ਿਸ਼ ਕੀਤੀ ਆ ਇੰਡੀਅਨ ਨੂੰ। ਹੁਣ ਜਦੋਂ ਕੰਪਨੀ ਦਾ ਰੂਲ ਖਤਮ ਹੋ ਗਿਆ, ਆਪਾਂ ਪੜ੍ਹ ਕੇ ਕੀ ਆਏ ਸੀਗੇ ਵੀ ਕੋਰਟ ਆਫ ਡਾਇਰੈਕਟਰ ਹੁੰਦੇ ਸੀਗੇ, ਕੋਰਟ ਆਫ ਡਾਇਰੈਕਟਰਸ ਹੁੰਦੇ ਸੀਗੇ, ਉਹ ਵੀ ਖਤਮ ਕਰਤੇ। ਬੋਰਡ ਆਫ ਕੰਟਰੋਲ ਹੁੰਦਾ ਸੀਗਾ, ਉਹ ਵੀ ਖਤਮ ਕਰਤਾ, ਕਿਉਂਕਿ ਉਹ ਤਾਂ ਕੰਪਨੀ ਦੇ ਟਾਈਮ ਤੇ ਹੁੰਦਾ ਸੀਗਾ। ਤਾਂ ਕਹਿਣ ਦਾ ਮਤਲਬ ਐਵੇਂ ਖੁਸ਼ ਕਰਤਾ ਇੰਡੀਅਨ ਨੂੰ ਵੀ ਆ ਦੇਖੋ ਸਾਰਾ ਕੁਝ ਖਤਮ ਕਰਤਾ ਜੀ ਅਸੀਂ, ਕੋਰਟ ਆਫ ਡਾਇਰੈਕਟਰ ਵੀ ਖਤਮ ਕਰਤੇ, ਬੋਰਡ ਆਫ ਕੰਟਰੋਲ ਵੀ ਖਤਮ ਕਰਤੇ, ਕੰਪਨੀ ਨੂੰ ਅਸੀਂ ਭਜਾਤਾ ਕਿ ਟੈਂਡ ਫੌੜੀ ਚੱਕੋ ਤੇ ਭਾਜੋ, ਇੰਡੀਆ ਦੇ ਵਿੱਚ ਨਹੀਂ ਰਹਿਣਾਗਾ। ਤਾਂ ਇਹ ਇੱਕ ਜਸਟ ਝਾਂਸਾ ਸੀਗਾ। ਹੁਣ ਤੁਹਾਨੂੰ ਪਤਾ ਜਦੋਂ ਕੰਪਨੀ ਰੂਲ ਕਰਦੀ ਸੀਗੀ ਤਾਂ ਆਪਾਂ ਕਿਹੜੀ ਪੋਸਟ ਕ੍ਰੀਏਟ ਕੀਤੀ ਸੀਗੀ? ਗਵਰਨਰ ਜਨਰਲ ਆਫ ਇੰਡੀਆ। ਗਵਰਨਰ ਜਨਰਲ ਆਫ ਇੰਡੀਆ ਦੀ ਪੋਸਟ ਕ੍ਰੀਏਟ ਕੀਤੀ ਸੀਗੀ। ਹੁਣ ਇਹਨਾਂ ਨੂੰ ਪਤੰਦਰ ਨੂੰ ਐਂ ਪਤਾ ਸੀਗਾ ਵੀ ਜੇ ਅਸੀਂ ਗਵਰਨਰ ਜਨਰਲ ਦੀ ਪੋਸਟ ਰੱਖਾਂਗੇ ਤਾਂ ਵੀ ਸਿਆਪਾ ਪਊਗਾ। ਤਾਂ ਇਹਨਾਂ ਨੇ ਇਹ ਵੀ ਪੋਸਟ ਕੀ ਕਰਤੀ? ਅਬੋਲਿਸ਼ ਕਰਤੀ। ਪਰ ਇਹਨਾਂ ਨੇ ਸੇਮ, ਬੜੇ ਪਤੰਦਰ ਚਲਾਕ ਸੀਗੇ, ਸੇਮ ਇਹਨਾਂ ਨੇ ਇੱਕ ਪੋਸਟ ਹੋਰ ਕ੍ਰੀਏਟ ਕਰਤੀ, ਵਾਇਸ ਰॉय ਆਫ ਇੰਡੀਆ। ਕੋਈ ਫਰਕ ਨਹੀਂ, ਐ ਕਹਿ ਲਓ ਵੀ ਸੂਈ ਜਿੰਨਾ ਫਰਕ ਵੀ ਨਹੀਂ ਹੈਗਾ। ਜੋ ਗਵਰਨਰ ਜਨਰਲ ਦਾ ਕੰਮ ਹੁੰਦਾ ਸੀ ਉਹੀ ਵਾਇਸ ਰਾਏ ਕਰੂਗਾ। ਤਾਂ ਵਾਇਸ ਰਾਏ ਦਾ ਕੰਮ ਕੀ ਹੈ ਇੱਥੇ? ਗੱਲਾਂ ਬਾਤਾਂ। ਤਾਂ ਇਹਨੂੰ ਯਾਦ ਰੱਖਣ ਦਾ ਢੰਗ ਆ, ਵਾਇਸ ਦਾ ਮਤਲਬ ਕੀ ਹੁੰਦਾ? ਆਵਾਜ਼। ਤਾਂ ਵਾਇਸ ਰਾਏ ਦਾ ਕੰਮ ਕੀ ਹੈ? ਗੱਲਾਂ ਬਾਤਾਂ ਪਹੁੰਚਾਉਣਾ ਵੀ ਹੁਣ ਇੰਡੀਆ ਵਿੱਚ ਕੀ ਹੋ ਰਿਹਾ ਹੈ। ਕਹਿਣ ਦਾ ਮਤਲਬ ਖਬਰੀ ਰੱਖ ਲਿਆ, ਇੱਕ ਬੰਦਾ ਖਬਰੀ ਰੱਖ ਲਿਆ ਵੀ ਹੁਣ ਇੰਡੀਆ ਵਿੱਚ ਲੋਕ ਵੀ ਸਹਿਮਤ ਹੋ ਰਹੇ ਸਾਡੇ ਨਾਲ ਜਾਂ ਸਾਡੇ ਵਰਖਲਾਫ ਵਿਦਰੋਹ ਕਰ ਰਹੇ ਹੈ। ਕਹਿਣ ਦਾ ਮਤਲਬ ਚੁਗਲੀਆਂ ਕਰੂਗਾ ਜਾ ਜਾ ਕੇ, ਕਿਹਨੂੰ? ਬ੍ਰਿਟਿਸ਼ ਗਵਰਨਮੈਂਟ ਨੂੰ, ਵੀ ਹੁਣ ਕੀ ਗੱਲਬਾਤ ਹੋਊਗੀ। ਤਾਂ ਕਹਿਣ ਦਾ ਮਤਲਬ ਕੀ ਹੈ ਜੀ, ਵਾਇਸ ਰਾਏ ਦੀ ਕੀ ਕਰ ਲਈ? ਪੋਸਟ ਕ੍ਰੀਏਟ ਕਰ ਲਈ। ਤਾਂ ਗਵਰਨਰ ਜਨਰਲ ਨੂੰ ਕੀ ਕਰਤਾ? ਚੱਕਤਾ, ਕਹਿੰਦੇ ਜੀ ਭਾਜਾ ਤੂੰ ਵੀ। ਤਾਂ ਹੁਣ ਇੱਥੇ ਜਿਹੜਾ ਵਾਇਸ ਰਾਏ ਬਣਦਾ ਬੇਟੇ ਉਹ ਕੌਣ ਬਣਦਾ? ਲਾਰਡ ਕੈਨਿੰਗ ਬਣਦਾ ਹੈ।
ਤਾਂ ਇੱਥੋਂ ਹੀ ਕੁਐਸਚਨ ਆ ਜਾਂਦਾ ਹੁੰਦਾ ਹੈ। ਜਿਵੇਂ ਆਪਾਂ ਫਸਟ ਗਵਰਨਰ ਜਨਰਲ ਆਫ ਬੰਗਾਲ ਪੜ੍ਹਿਆ, ਫਿਰ ਗਵਰਨਰ ਜਨਰਲ ਆਫ ਇੰਡੀਆ ਪੜ੍ਹਿਆ, ਹੁਣ ਆਪਾਂ ਪੜ੍ਹ ਰਹੇ ਹਾਂ ਜੀ ਵਾਇਸਰਾਏ ਆਫ ਇੰਡੀਆ। ਸਾਰਾ ਕੁਝ ਸੇਮ ਚੱਲਦਾ ਆ ਰਿਹਾ ਹੈ, ਠੀਕ ਹੈ ਜੀ। ਕਿਵੇਂ 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 ਚੀਜ਼ਾਂ ਵਾਪਰੀਆਂ ਸੀਗੀਆਂ ਤੁਹਾਡੇ ਸਾਹਮਣੇ ਮੈਂ ਪੇਸ਼ ਕਰਤੀਆਂ। ਤਾਂ ਇੱਥੇ ਹੁਣ ਜਿਹੜਾ ਇਹ ਐਕਟ ਹੈ, ਇੱਕ ਤਾਂ ਇੱਥੇ ਕੀ ਕੀਤਾ ਇਹਨਾਂ ਨੇ, ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕਰਤਾ, ਗਵਰਨਰ ਜਨਰਲ ਦੀ ਪੋਸਟ ਨੂੰ ਵੀ ਅਬੋਲਿਸ਼ ਕਰਤਾ, ਤੇ ਵਾਇਸਰਾਏ ਦੀ ਪੋਸਟ ਨੂੰ ਕੀ ਕਰਕੇ ਲੈ ਕੇ ਆ ਗਏ। ਹੁਣ ਇਹਨਾਂ ਨੇ ਕੀ ਕੀਤਾ ਭਾਈ, ਜਿਹੜਾ ਇਹ ਕੋਰਟ ਆਫ ਡਾਇਰੈਕਟਰ ਸੀਗਾ ਜਾਂ ਬੋਰਡ ਆਫ ਕੰਟਰੋਲ ਸੀਗਾ, ਬੇਸਿਕਲੀ ਉਹ ਕੀ ਸੀਗਾ, ਇੱਕ ਬੰਦਿਆਂ ਦਾ ਗਰੁੱਪ ਹੀ ਸੀਗਾ ਜਿਹੜੇ ਕਿ ਬ੍ਰਿਟਿਸ਼ ਗਵਰਨਮੈਂਟ ਦੇ ਬੰਦੇ ਸੀਗੇ। ਇੱਥੇ ਪਤੰਦਰਾਂ ਨੇ ਕੀ ਕੀਤਾ, ਇੱਕ ਨਵੀਂ ਚੀਜ਼ ਲੈ ਕੇ ਆ ਗਏ। ਨਵੀਂ ਚੀਜ਼ ਕੀ ਲੈ ਕੇ ਆ ਗਏ, ਸੈਕਟਰੀ ਆਫ ਸਟੇਟ। ਸੈਕਟਰੀ ਆਫ ਸਟੇਟ ਕੌਣ ਸੀਗਾ, ਇਹ ਵੀ ਬੰਦਾ ਕੌਣ ਹੁੰਦਾ ਸੀ, ਬ੍ਰਿਟਿਸ਼ ਕੈਬਨਿਟ ਦਾ ਹੀ ਬੰਦਾ ਹੁੰਦਾ ਸੀਗਾ, ਬ੍ਰਿਟਿਸ਼ ਕੈਬਨਿਟ ਦਾ ਹੀ ਬੰਦਾ ਹੁੰਦਾ ਸੀਗਾ। ਗੱਲਬਾਤ ਸਾਰੀ ਉੱਥੇ ਦੀ ਉੱਥੇ ਪਈ ਹੈ, ਜਸਟ ਇਹਨਾਂ ਨੇ ਨਾਮ ਚੇਂਜ ਕੀਤੇ ਆ। ਕੋਰਟ ਆਫ ਡਾਇਰੈਕਟਰ ਬੋਰਡ ਆਫ ਕੰਟਰੋਲ ਨੂੰ ਕੀ ਕਰਤਾ ਇਹਨਾਂ ਨੇ, ਅਬੋਲਿਸ਼ ਕਰਤਾ। ਡਿਊਅਲ ਗਵਰਨਮੈਂਟ ਜਿਹੜੀ ਆਈ ਸੀਗੀ ਉਹਨੂੰ ਖਤਮ ਕਰਤੀ, ਤੇ ਸੈਕਟਰੀ ਆਫ ਸਟੇਟ ਕੀ ਕਰਕੇ ਨਵਾਂ ਕ੍ਰੀਏਟ ਕਰ ਗਏ। ਤਾਂ ਸੈਕਟਰੀ ਆਫ ਸਟੇਟ ਕੀ ਹੈ, ਇੱਕ ਕੜੀ ਦਾ ਕੰਮ ਕਰੂਗਾ, ਕਿਹਦੇ ਵਿਚਕਾਰ, ਬ੍ਰਿਟਿਸ਼ ਗਵਰਨਮੈਂਟ ਤੇ ਵਾਇਸਰਾਏ ਦੇ ਵਿਚਕਾਰ। ਇਹ ਚੁਗਲੀ ਕਰੂਗਾ ਸੈਕਟਰੀ ਆਫ ਸਟੇਟ ਨੂੰ, ਇਹ ਅੱਗੇ ਦੋ ਗੱਲਾਂ ਮਸਾਲਾ ਲਾ ਕੇ ਹੋਰ ਦੱਸੂਗਾ ਕਿਹਨੂੰ, ਬ੍ਰਿਟਿਸ਼ ਗਵਰਨਮੈਂਟ ਨੂੰ। ਤਾਂ ਗੱਲਬਾਤ ਸਾਰੀ ਉੱਥੇ ਦੀ ਉੱਥੇ ਖੜੀ ਹੈ, ਜਸਟ ਤੁਹਾਡਾ ਕੰਮ ਵਧਾਤਾ, ਤੁਹਾਨੂੰ ਪੜ੍ਹਨ ਵਾਸਤੇ 2-4 ਅੱਖਰ ਹੋਰ ਦੇਤੇ। ਤਾਂ ਕਹਿਣ ਦਾ ਭਾਵ ਕੀ ਹੈ, ਇਸ ਐਕਟ ਦੇ ਵਿੱਚ ਅੰਗਰੇਜ਼ ਹਿੱਲ ਗਏ ਸੀਗੇ, ਥੋੜਾ ਜਿਹਾ ਇਹਨਾਂ ਨੇ ਕੀ ਕੀਤਾ, ਸਿਸਟਮ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਿਸਟਮ ਚੇਂਜ ਕੀਤਾ ਹੈ। ਓਕੇ ਹੈ ਜੀ। ਹੁਣ ਇਸ ਐਕਟ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਮਹੱਤਵਪੂਰਨ ਗੱਲਾਂ ਹੁੰਦੀਆਂ ਨੇ ਉਹ ਪੜ੍ਹਨੀਆਂ ਨੇ ਆਪਾਂ। ਹੁਣ ਕਹਿੰਦੇ ਜੀ ਜਿਹੜਾ ਇਹ ਐਕਟ ਲੈ ਕੇ ਆਏ ਹੈ ਗਵਰਨਮੈਂਟ ਆਫ ਇੰਡੀਆ ਐਕਟ 1858, ਇਹਨੂੰ ਕਹਿੰਦੇ ਆ ਜੀ ਐਕਟ ਫॉर ਦਾ ਗੁੱਡ ਗਵਰਨਮੈਂਟ ਆਫ ਇੰਡੀਆ। ਤਾਂ ਪਤੰਦਰਾਂ ਨੇ ਕਹਿਤਾ ਵੀ ਜਿਹੜੀ ਹੁਣ ਅਸੀਂ ਗਵਰਨਮੈਂਟ ਲੈ ਕੇ ਆਏ ਆ ਨਵੀਂ, ਇਹ ਤੁਹਾਡੇ ਵਾਸਤੇ ਬਹੁਤ ਚੰਗੀ ਹੈ। ਤਾਂ ਇਸੇ ਐਕਟ ਨੂੰ ਕੀ ਕਹਿੰਦੇ ਆ ਜੀ, ਹੁਣ ਤੁਹਾਨੂੰ ਕੁਐਸਚਨ ਆਇਆ ਆ ਸਕਦਾ ਵੀ ਕਿਹੜਾ ਐਕਟ ਹੈਗਾ ਜਿਹਨੂੰ ਗੁੱਡ ਗਵਰਨਮੈਂਟ ਆਫ ਇੰਡੀਆ ਕਹਿੰਦੇ ਆ। ਤਾਂ ਗਵਰਨਮੈਂਟ ਆਫ ਇੰਡੀਆ ਐਕਟ 1858 ਸਿੱਧਾ ਕੁਐਸਚਨ ਪਿਆ ਹੁੰਦਾ ਪੇਪਰ ਦੇ ਵਿੱਚ। ਤੇ ਆਪਾਂ ਨੂੰ ਯਾਦ ਕਿਵੇਂ ਰਹੂਗਾ, ਜੇ ਆਪਾਂ ਥਿਊਰੀ ਪੜ੍ਹੀ ਹੋਊਗੀ। ਤਾਂ ਕਹਿੰਦੇ ਜੀ ਆਪਾਂ ਇੱਕ ਵਧੀਆ ਗਵਰਨਮੈਂਟ ਤਿਆਰ ਕਰਾਂਗੇ ਜਿਹੜੀ ਰਿਸਪੌਂਸੀਬਲ ਹੋਊਗੀ, ਆਂਸਰੇਬਲ ਹੋਊਗੀ। ਆਂਸਰੇਬਲ ਦਾ ਮਤਲਬ ਕਿ ਜੇ ਕੋਈ ਦੰਗਾ ਫਸਾਦ ਹੁੰਦਾ, ਕੋਈ ਮਾੜਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਜਵਾਬਦੇਹ ਹੋਊਗੀ। ਜਿਹੜੀ ਪਹਿਲਾਂ ਕੰਪਨੀ ਸੀਗੀ ਉਹ ਤਾਂ ਆਪਦੀ ਮਰਜ਼ੀ ਕਰਦੀ ਸੀ, ਕਿਸੇ ਨੂੰ ਜਵਾਬਦੇਹ ਨਹੀਂ ਸੀਗੀ। ਪਰ ਸਾਡੀ ਜਿਹੜੀ ਹੁਣ ਗਵਰਨਮੈਂਟ ਅਸੀਂ ਲੈ ਕੇ ਆਏ ਆ, ਇਹ ਕੀ ਹੈ ਕਿ ਰਿਸਪੌਂਸੀਬਲ ਹੈ, ਆਂਸਰੇਬਲ ਹੈ। ਤਾਂ ਹੀ ਤੈਨੂੰ ਕਹਿੰਦੇ ਆ ਜੀ ਗੁੱਡ ਗਵਰਨਮੈਂਟ ਆਫ ਇੰਡੀਆ। ਤਾਂ ਕਲੀਅਰ ਹੈ ਜੀ। ਇਸ ਦੇ ਵਿੱਚੋਂ ਤੁਸੀਂ ਯਾਦ ਕੀ ਰੱਖਣਾ, ਵਾਇਸਰਾਏ ਦਾ ਨਾਂ ਯਾਦ ਰੱਖਣਾ, ਤੇ ਸੈਕਟਰੀ ਆਫ ਸਟੇਟ ਜਿਹੜੀ ਪੋਸਟ ਕ੍ਰੀਏਟ ਕੀਤੀ ਆ ਉਹ ਯਾਦ ਰੱਖਣੀ ਹੈ। ਅੱਗੇ ਦੇਖਦੇ ਹਾਂ ਜੀ। ਹੁਣ ਇਹਦੇ ਵਿੱਚ ਇਹ ਐਕਟ ਜਿਹੜਾ ਹੈਗਾ ਆਪਾਂ ਪੜ੍ਹ ਰਹੇ ਸੀਗੇ, ਇਹ ਹੈਗਾ ਜੀ ਐਕਟ ਤੁਹਾਡਾ 1858। ਬਾਕੀ ਡਿਟੇਲ ਚ ਪੜਾਂਗੇ ਮਾਡਰਨ ਹਿਸਟਰੀ ਟਾਈਮ। ਹੁਣ ਅੱਗੇ ਕੀ ਗੱਲਬਾਤ ਵਾਪਰਦੀ ਆ, ਅੱਗੇ ਗੱਲਬਾਤ ਇਹ ਵਾਪਰਦੀ ਹੈ, ਸੱਚ ਇੱਕ ਚੀਜ਼ ਹੋਰ ਕਰ ਲਿਓ, ਇੱਕ ਚੀਜ਼ ਹੋਰ ਕਰ ਲਿਓ। ਜਿਹੜਾ ਸੈਕਟਰੀ ਆਫ ਸਟੇਟ ਹੈਗਾ ਪਹਿਲਾ, ਠੀਕ ਹੈ ਜੀ, ਪਹਿਲਾ ਸੈਕਟਰੀ ਆਫ ਸਟੇਟ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ, ਉਹ ਸੀਗਾ ਜੀ ਲਾਰਡ ਸਟੈਨਲੇ। ਠੀਕ ਹੈ ਜੀ, ਲਾਰਡ ਸਟੈਨਲੇ ਸੀਗਾ ਪਹਿਲਾ ਸੈਕਟਰੀ ਆਫ ਸਟੇਟ। ਠੀਕ ਹੈ ਜੀ, ਇਹ ਜਿਹੜੀ ਪੋਸਟ ਕ੍ਰੀਏਟ ਕੀਤੀ ਹੈ, ਪਹਿਲਾ ਜਿਹੜਾ ਬੰਦਾ ਸੀਗਾ ਲਾਰਡ ਸਟੈਨਲੇ ਸੀਗਾ। ਠੀਕ ਹੈ, ਇਹ ਵੀ ਪੁੱਛਿਆ ਜਾ ਸਕਦਾ ਹੈ। ਹੁਣ ਕੀ ਕੀਤਾ ਜੀ ਇਹਨਾਂ ਨੇ, ਤੁਹਾਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਨਵੀਂ ਗਵਰਨਮੈਂਟ ਤਿਆਰ ਕਰ ਲਈ ਹੈ। ਨਵੀਂ ਗਵਰਨਮੈਂਟ ਤਿਆਰ ਕਰ ਲਈ ਹੈ, ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਨਵੇਂ ਅੱਗੇ ਜਾ ਕੇ ਐਕਟ ਆਉਣਗੇ, ਜਿਵੇਂ ਇੰਡੀਅਨ ਕਾਉਂਸਲ ਐਕਟ 1861, 92, 1909। ਠੀਕ ਹੈ ਜੀ। ਤਾਂ ਤੁਹਾਨੂੰ ਮੈਂ ਦੱਸਤਾ ਵੀ ਇਹਨਾਂ ਨੇ ਹੁਣ ਦੇਖੋ ਵੀ ਇੰਡੀਅਨ ਨਾਮ ਜਿਹੜਾ ਗਵਰਨਮੈਂਟ ਨਾਮ ਤੇ ਇੱਕ ਇੰਡੀਅਨ ਨਾਮ ਵਿੱਚ ਸ਼ਾਮਲ ਕਰ ਲਿਆ, ਵੀ ਲੋਕਾਂ ਨੂੰ ਝਾਂਸਾ ਦੇਣ ਵਾਸਤੇ ਵੀ ਹੁਣ ਜਿਹੜਾ ਕੁਝ ਕੰਮ ਕਰਾਂਗੇ ਅਸੀਂ ਇੰਡੀਆ ਵਾਸਤੇ ਹੀ ਕਰਾਂਗੇ, ਤੁਹਾਡੀ ਵੈਲਫੇਅਰ ਵਾਸਤੇ ਹੀ ਕਰਾਂਗੇ। ਇਹ ਕਿਉਂ ਹੋਇਆ ਸੀ, ਕਹਿੰਦਾ ਜੀ ਆਫਟਰ ਦਾ ਰਿਵੋਲਟ ਆਫ 1857 ਜਿਹੜੀ ਗਵਰਨਮੈਂਟ ਸੀਗੀ ਉਹ ਹਿੱਲ ਗਈ ਸੀਗੀ। ਉਹ ਕੀ ਚਾਹੁੰਦੀ ਸੀਗੀ, ਕੋਆਪਰੇਸ਼ਨ ਚਾਹੁੰਦੀ ਸੀ ਵੀ ਇੰਡੀਅਨ ਸਾਡੇ ਨਾਲ ਕੀ ਕਰਨ, ਕੋਆਪਰੇਟ ਕਰਨ, ਸਾਡੇ ਨਾਲ ਕੀ ਆ, ਨਾਲ ਰਲ ਕੇ ਕੰਮ ਕਰਨ। ਪਰ ਅੰਦਰ ਖਾਤੇ ਅੰਗਰੇਜ਼ ਕੀ ਸੀਗੇ, ਚਾਲਬਾਜ਼ ਸੀਗੇ, ਬਾਹਰੋਂ ਮਤਲਬ ਵੀ ਸ਼ੋਅ ਆਫ ਕਰ ਰਹੇ ਸੀਗੇ ਵੀ ਅਸੀਂ ਚੰਗੇ ਭਲੇ ਕੰਮ, ਭਲੇ ਵਾਸਤੇ ਕੰਮ ਕਰਾਂਗੇ ਤੁਹਾਡੇ। ਬਟ ਐਕਚੁਅਲੀ ਇਹ ਕੰਮ ਤਾਂ ਇਹਨਾਂ ਨੇ ਪਹਿਲਾਂ ਵਾਲੇ ਜੋ ਕੰਪਨੀ ਨੇ ਕੀਤੇ ਉਹੀ ਕਰਨੇ ਆ, ਬਸ ਦਿਖਾਵਾ ਕਰਨ ਲੱਗ ਗਏ। ਤਾਂ ਕਹਿਣ ਦਾ ਮਤਲਬ ਜਿਹੜੇ ਇਹ ਇੰਡੀਅਨ ਕਾਉਂਸਲ ਐਕਟ ਆਏ ਆ ਤਾਂ ਹੀ ਆਏ ਆ, ਜੇ ਦੇਖੋ ਰਿਵੋਲਟ ਹੋਇਆ ਤਾਂ ਰਿਵੋਲਟ ਨੇ ਦੇਖੋ ਕਿੰਨਾ ਜ਼ਿਆਦਾ ਫਰਕ ਪਾਇਆ ਸੀਗਾ ਉਸ ਟਾਈਮ ਤੇ। ਤਾਂ ਇਹ ਚੀਜ਼ਾਂ ਮਤਲਬ ਕਿ ਨਵੀਆਂ ਇੰਟਰੋਡਿਊਸ ਹੋਈਆਂ। ਹੁਣ ਆਪਾਂ ਦੇਖਦੇ ਹਾਂ ਜੀ ਇਹਦੇ ਵਿੱਚ ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ ਜੀ ਦਾ ਐਕਟ 1861 ਜਿਹੜਾ ਇੰਡੀਅਨ ਕਾਉਂਸਲ ਐਕਟ ਆਏ ਆ। ਇਹ ਤਿੰਨ ਐਕਟ ਆਪਾਂ ਬਹੁਤ ਧਿਆਨ ਦੇ ਨਾਲ ਪੜ੍ਹਨੇ, ਵੈਸੇ 1935 ਵਾਲਾ ਵੀ ਪੜਾਂਗੇ, ਬਟ ਜਿਹੜੇ ਇੰਡੀਅਨ ਕਾਉਂਸਲ ਐਕਟ ਆਏ ਆ ਇਹਦੇ ਵਿੱਚ ਕੀ ਹੈ ਜੀ 1861 ਦੇ ਵਿੱਚ। ਪਹਿਲਾਂ ਆਪਾਂ 1861 ਪੜ੍ਹਦੇ ਆ, 1861 ਦੇ ਵਿੱਚ ਕੀ ਹੋਇਆ, ਕੀ ਕੀ ਕੀਤਾ ਗਿਆ, ਨਵੀਂ ਚੀਜ਼ ਕੀ ਕੀਤੀ ਗਈ। ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਨਵੀਂ ਚੀਜ਼ ਕੀ ਕੀਤੀ ਹੈ ਜੀ, ਇੰਡੀਅਨ ਕਾਉਂਸਲ ਐਕਟ ਦੇ ਵਿੱਚ 3 ਨਾਨ ਆਫੀਸ਼ੀਅਲ ਮੈਂਬਰ ਵਰ ਨੋਮੀਨੇਟਡ ਟੂ ਦਾ ਇੰਡੀਅਨ ਲੈਜਿਸਲੇਟਿਵ ਕਾਉਂਸਲ। ਤਾਂ ਦੇਖੋ ਜੀ ਪਹਿਲਾਂ ਜਿਹੜੀ ਲੈਜਿਸਲੇਟਿਵ ਕਾਉਂਸਲ ਸੀਗੀ ਉਹਦੇ ਵਿੱਚ ਇੰਡੀਅਨ ਨਹੀਂ ਸੀਗੇ। ਤਾਂ ਪਹਿਲੀ ਵਾਰੀ ਇਹਨਾਂ ਨੇ ਤਿੰਨ ਬੰਦੇ ਨੋਮੀਨੇਟ ਕਰਤੇ। ਕੌਣ ਕੌਣ, ਸਰ ਦਿਨਕਰ ਰਾਓ, ਰਾਜਾ ਆਫ ਬਨਾਰਸ ਤੇ ਮਹਾਰਾਜਾ ਆਫ ਪਟਿਆਲਾ। ਆ ਗਿਆ ਵੈਲੀ, ਠੀਕ ਹੈ, ਇਹਦੇ ਬਿਨਾਂ ਨਹੀਂ ਗੱਲ ਚੱਲਣੀ ਸੀਗੀ। ਮਹਾਰਾਜਾ ਪਟਿਆਲਾ
ਐਵੇਂ ਨਹੀਂ ਕੈਪਟਨ ਤਿੰਗੜਦਾ ਫਿਰਦਾ। ਤਾਂ ਮਹਾਰਾਜਾ ਪਟਿਆਲਾ ਇਹਦੇ ਬਿਨਾਂ ਗੱਲ ਨਹੀਂ ਚੱਲਣੀ ਸੀ ਪੰਜਾਬ ਤੋਂ ਬਿਨਾਂ। ਤਾਂ ਇਹਨੂੰ ਵੀ ਕੀ ਕਰ ਲਿਆ ਜੀ, ਐਜ਼ ਏ ਮੈਂਬਰ ਨੋਮੀਨੇਟ ਕਰ ਲਿਆ। ਪਹਿਲੀ ਵਾਰੀ ਹੋਇਆ ਸੀਗਾ ਇਹ ਚੀਜ਼, ਪਹਿਲੀ ਵਾਰੀ ਹੋਈ ਹੈ ਕਿ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਇੰਡੀਅਨ ਨੂੰ ਐਡ ਕੀਤਾ ਗਿਆ। ਠੀਕ ਹੈ, ਇਹ ਚੀਜ਼ ਨੋਟ ਕਰਨ ਵਾਲੀ ਹੈ। ਇੱਥੋਂ ਸਭ ਤੋਂ ਵੱਧ ਕੁਐਸਚਨ ਬਣਦੇ ਆ, ਇੱਥੇ ਸਭ ਤੋਂ ਵੱਧ ਕੁਐਸਚਨ ਬਣਦੇ ਆ। ਉਸ ਟਾਈਮ ਤੇ ਵਾਇਸਰਾਏ ਕੌਣ ਸੀਗਾ? ਲਾਰਡ ਕੈਨਿੰਗ ਸੀਗਾ। ਲਾਰਡ ਕੈਨਿੰਗ ਨੇ ਕੀਤਾ ਸੀ ਇਹ ਕੰਮ। ਇਹ ਵੀ ਪੁੱਛ ਲੈਂਦੇ ਹੁੰਦੇ ਆ ਵੀ ਕਿਹੜਾ ਬੰਦਾ ਸੀਗਾ ਜਿਹਨੇ ਨੋਮੀਨੇਟ ਕੀਤੇ ਸੀਗੇ 3 ਇੰਡੀਅਨ ਲੈਜਿਸਲੇਟਿਵ ਕਾਉਂਸਲ ਦੇ ਵਿੱਚ। ਤਾਂ ਲਾਰਡ ਕੈਨਿੰਗ ਨੇ ਕੀਤੇ, ਕਿਉਂਕਿ ਆਪਾਂ ਹੁਣੇ ਪੜ੍ਹ ਕੇ ਤਾਂ ਗਏ ਆ ਬੇਟਾ ਕਿ ਵਾਇਸਰਾਏ, ਪਹਿਲਾ ਵਾਇਸਰਾਏ ਕੌਣ ਹੈ? ਲਾਰਡ ਕੈਨਿੰਗ ਹੈ, ਆ ਪਿਆ। ਠੀਕ ਹੈ ਜੀ। ਤਾਂ ਇਸੇ ਨੇ ਕੀ ਕੀਤਾ ਜੀ, ਇਸੇ ਨੇ ਜਿਹੜਾ ਅਗਲਾ ਐਕਟ ਆਇਆ ਆਪਣਾ ਇੰਡੀਅਨ ਕਾਉਂਸਲ ਐਕਟ 1861, ਉਹਦੇ ਵਿੱਚ 3 ਬੰਦੇ ਐਡ ਕਰ ਲਈ। ਇਹ ਯਾਦ ਰੱਖਣਾ। ਠੀਕ ਹੈ ਜੀ। ਹੁਣ ਜਿਵੇਂ ਇਹ ਤਾਂ ਲੈਜਿਸਲੇਟਿਵ ਦੇ ਵਿੱਚ ਕੀਤੇ ਆ, ਅੱਗੇ ਜਾ ਕੇ ਆਪਾਂ ਫੇਰ ਐਡ ਕਰਾਂਗੇ, ਉਹ ਮੈਂ ਉੱਥੇ ਪੁੱਛੂੰਗਾ, ਤੁਹਾਨੂੰ ਧਿਆਨ ਰੱਖਣਾ ਇਸ ਗੱਲ ਦਾ। ਚਲੋ ਜੀ ਅੱਗੇ। ਹੁਣ 1861 ਦੇ ਐਕਟ ਦੇ ਵਿੱਚ ਇਹਨਾਂ ਨੇ ਕੀ ਕੀਤਾ, ਜਿਹੜੀਆਂ ਪਾਵਰਾਂ ਖੋਲੀਆਂ ਸੀਗੀਆਂ ਜਦੋਂ ਗਵਰਨਰ ਜਨਰਲ ਆਫ ਇੰਡੀਆ ਬਣਵਾਇਆ ਸੀ ਆਪਾਂ, ਜਦੋਂ ਪਾਵਰਾਂ ਖੋਲੀਆਂ ਸੀਗੀਆਂ ਉਹੀ ਪਾਵਰਾਂ ਇਹਨਾਂ ਨੇ ਕੀ ਕਰਤੀਆਂ, ਵਾਪਸ ਕਰਤੀਆਂ, ਯਾਨੀ ਕਿ ਡੀਸੈਂਟਰਲਾਈਜ਼ ਕਰਤਾ। ਬੰਬੇ ਤੇ ਮਦਰਾਸ ਨੂੰ ਕੀ ਕਰਤਾ ਜੀ, ਜਿਹੜੀਆਂ ਉਹਨਾਂ ਦੀਆਂ ਪਾਵਰਾਂ ਖੋਈਆਂ ਸੀਗੀਆਂ, ਵਿਧਾਨਿਕ ਸ਼ਕਤੀਆਂ, ਲੈਜਿਸਲੇਟਿਵ ਪਾਵਰ ਖੋਈਆਂ ਸੀਗੀਆਂ, ਉਹਨਾਂ ਨੂੰ ਵਾਪਸ ਕਰਤੀਆਂ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ, ਤੁਹਾਡੇ ਕੋਲ ਵੀ ਪਾਵਰ ਹੈਗੀ ਹੈ, ਤੁਸੀਂ ਚਿੰਤਾ ਨਹੀਂ ਕਰਨੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਵੀ 1857 ਦਾ ਵਿਦਰੋਹ ਕਰਕੇ ਸਾਰਾ ਕੁਝ ਕਰ ਰਹੇ ਆ, ਇਹ ਹਿੱਲੇ ਪਏ ਆ, ਇਹਨਾਂ ਨੂੰ ਆਏ ਆ ਵੀ ਸਾਨੂੰ ਭਜਾ ਦੇਣਗੇ। ਤਾਂ ਅਸੀਂ ਇੱਥੇ ਹੁਣ ਥੋੜਾ ਜਿਹਾ ਪਿਆਰ ਨਾਲ ਦਿਖਾਵਾ ਕਰਦੇ ਆ। ਤਾਂ ਇਹਨਾਂ ਨੇ ਜਿਹੜਾ ਕੰਮ ਕੰਪਨੀ ਨੇ ਗਲਤ ਕੀਤਾ ਸੀ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਇਹਨਾਂ ਨੇ ਡੀਸੈਂਟਰਲਾਈਜ਼ ਕਰਤੀਆਂ, ਬੰਬੇ ਮਦਰਾਸ ਦੀਆਂ ਪਾਵਰਾਂ ਵਾਪਸ ਕਰਤੀਆਂ। ਇਹ ਇਸੇ ਐਕਟ ਦੇ ਵਿੱਚ ਹੋਇਆ, ਇਹ ਯਾਦ ਰੱਖਣਾ। ਪਰ ਚਾਲਬਾਜ਼ ਬੜੇ ਆ ਪਤੰਦਰ, ਬਾਹਲੇ ਕੁੱਤੇ ਆ। ਅੱਗੇ ਜਾ ਕੇ ਹੁਣ ਕੀ ਕਰਨਗੇ ਦੇਖਿਓ, ਅੱਗੇ ਸਲਾਈਡ ਦੇ ਵਿੱਚ ਕਰਦੇ ਆ ਜੀ, ਇਹ ਇੰਟਰੋਡਿਊਸ ਕਰ ਦਿੰਦੇ ਆ ਪੋਰਟਫੋਲੀਓ ਸਿਸਟਮ। ਠੀਕ ਹੈ, ਪੋਰਟਫੋਲੀਓ ਸਿਸਟਮ ਕੀ ਸੀਗਾ, ਥੋੜਾ ਜਿਹਾ ਇਹਨੂੰ ਧਿਆਨ ਦੇ ਨਾਲ ਸਮਝਿਓ। ਪੋਰਟਫੋਲੀਓ ਸਿਸਟਮ ਕੀ ਸੀਗਾ ਵੀ ਜਿਹੜਾ ਵਾਇਸਰਾਏ ਸੀ ਨਾ, ਉਹਨੇ ਨਾ ਇਹ ਕੰਮ ਨਾ ਡਿਵਾਈਡ ਕਰਤਾ, 5 ਵਿਭਾਗਾਂ ਦੇ ਵਿੱਚ ਡਿਵਾਈਡ ਕਰਤਾ ਕੰਮ। ਪਹਿਲਾ ਵਿਭਾਗ ਉਹਨੇ ਜਿਹੜਾ ਕ੍ਰੀਏਟ ਕੀਤਾ, ਉਹ ਕੀਤਾ ਜੀ ਆਪਣਾ ਹੋਮ ਡਿਪਾਰਟਮੈਂਟ, ਜਿਵੇਂ ਅੱਜ ਕੱਲ ਆਪਾਂ ਹੋਮ ਅਫੇਅਰ ਹੁੰਦਾ ਹੈ। ਦੂਜਾ ਜਿਹੜਾ ਉਹਨੇ ਕੀਤਾ ਜੀ, ਇਹ ਕੀਤਾ ਲਾਅ। ਤੀਜਾ ਜਿਹੜਾ ਉਹਨੇ ਕੀਤਾ ਜੀ ਫਾਈਨਾਂਸ। ਠੀਕ ਹੈ ਜੀ, ਫਾਈਨਾਂਸ। ਚੌਥਾ ਜਿਹੜਾ ਉਹਨੇ ਡਿਵਾਈਡ ਕੀਤਾ ਜੀ ਆਪਣਾ ਰੈਵਨਿਊ। ਠੀਕ ਹੈ ਜੀ। ਤੇ ਪੰਜਵਾਂ ਜਿਹੜਾ ਉਹਨੇ ਕੀਤਾ ਜੀ ਮਿਲਟਰੀ। ਤਾਂ ਇਹਨੇ ਕੀ ਕੀਤਾ ਜੀ, 5 ਵਿਭਾਗਾਂ ਦੇ ਵਿੱਚ ਕੰਮ ਡਿਵਾਈਡ ਕਰਤਾ। ਜਿਹੜੀ ਉਹਦੀ ਕਾਉਂਸਲ ਸੀਗੀ, ਉਸ ਕਾਉਂਸਲ ਦੇ ਵਿੱਚ ਜਿਹਦੇ ਵਿੱਚ ਇੰਡੀਅਨ ਐਡ ਕੀਤੇ ਆਪਾਂ, ਤਾਂ ਉਸ ਕਾਉਂਸਲ ਦੇ ਵਿੱਚ ਇਹਨੇ ਕੀ ਕੀਤਾ ਵੀ ਜਿਹੜਾ ਕੰਮ ਸੀਗਾ 5 ਵਿਭਾਗਾਂ ਵਿੱਚ ਡਿਵਾਈਡ ਕਰਤਾ। ਇਹਨੂੰ ਕਹਿ ਦਿੰਦੇ ਆ ਪੋਰਟਫੋਲੀਓ ਸਿਸਟਮ। ਠੀਕ ਹੈ ਜੀ। ਕਿਹੜੇ ਕਿਹੜੇ ਵਿਭਾਗ ਸੀਗੇ? ਹੋਮ, ਲਾਅ, ਫਾਈਨਾਂਸ, ਰੈਵਨਿਊ, ਮਿਲਟਰੀ। ਠੀਕ ਹੈ, ਬਾਕੀ ਡਿਟੇਲ 'ਚ ਤੁਹਾਨੂੰ ਮੈਂ ਦੱਸਿਆ ਵੀ ਮਾਡਰਨ ਹਿਸਟਰੀ 'ਚ ਪੜ੍ਹ ਲਾਂਗੇ ਆਪਾਂ। ਤਾਂ ਇਹ ਪੁੱਛਦੇ ਹੁੰਦੇ ਆ ਵੀ ਪੋਰਟਫੋਲੀਓ ਸਿਸਟਮ ਕਦੋਂ ਇੰਟਰੋਡਿਊਸ ਹੋਇਆ? ਤਾਂ 1861 ਦੇ ਵਿੱਚ ਹੋਇਆ। ਹੁਣ ਇਸ ਤੋਂ ਬਾਅਦ ਹੁੰਦਾ ਕੀ ਹੈ, ਕਹਿੰਦਾ ਜੀ ਐਸਟੈਬਲਿਸ਼ ਨਿਊ ਲੈਜਿਸਲੇਟਿਵ ਕਾਉਂਸਲ ਫॉर ਦਾ ਬੰਗਾਲ ਤੇ ਨਾਰਥ ਵੈਸਟਰਨ ਫਰੰਟੀਅਰ ਪ੍ਰੋਵੀਜ਼ਨ, ਜਾਂ ਪੰਜਾਬ ਵੀ ਇਹਦੇ ਵਿੱਚ ਹੀ ਸੀਗਾ। ਹੁਣ ਇਹਨੇ ਲੈਜਿਸਲੇਟਿਵ ਕਾਉਂਸਲ, ਯਾਨੀ ਕਿ ਲੈਜਿਸਲੇਟਿਵ ਕਾਉਂਸਲ ਕੀ ਹੁੰਦੀ ਹੈ? ਵਿਧਾਨ ਪਰਿਸ਼ਦ। ਕੀ ਹੁੰਦੀ ਹੈ ਜੀ? ਵਿਧਾਨ ਪਰਿਸ਼ਦ। ਤਾਂ ਇਹ ਕਹਿੰਦੇ ਜੀ ਆਪਾਂ ਹੁਣ ਕਰਾਂਗੇ ਜੀ ਕ੍ਰੀਏਟ ਬੰਗਾਲ ਵਾਸਤੇ ਵੱਖਰੀ, ਜਿਹੜੀਆਂ ਨਾਰਥਰਨ ਵੈਸਟਰਨ ਜਿਹੜੀਆਂ ਪ੍ਰੋਵਿੰਸਿਸ ਹੈਗੀਆਂ ਨੇ, ਜਿਹੜੇ ਆਪਣੇ ਸੂਬੇ ਹੈਗੇ ਨੇ, ਉਹਨਾਂ ਵਾਸਤੇ, ਪ੍ਰਾਂਤਾਂ ਵਾਸਤੇ ਵੱਖਰੀ ਕਰਾਂਗੇ। ਇਹ ਹੁਣ ਹਵਾ 'ਚ ਗੱਲਾਂ ਹੋ ਰਹੀਆਂ ਨੇ, ਹਵਾ 'ਚ ਤੀਰ ਮਾਰੀ ਜਾਂਦੇ ਆ। ਇਹ ਨਹੀਂ ਹੈਗਾ ਵੀ ਸੱਚੀ ਕਰਤੀਆਂ, ਇਹ ਤਾਂ ਹਜੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਸਿਰਫ ਲਿਖਤੀ ਲਿਖੀ ਜਾਂਦੇ ਆ, ਖੁਸ਼ ਕਰਨ ਦੇ ਮਾਰੇ ਲਿਖੀ ਜਾਂਦੇ ਆ। ਇਹਨੂੰ ਇੰਪਲੀਮੈਂਟ ਨਹੀਂ ਕੀਤਾ ਹਜੇ, ਜਸਟ ਗੱਲ ਹੀ ਕੀਤੀ ਹੈ। ਕਹਿੰਦਾ ਜੀ ਐਸਟੈਬਲਿਸ਼ ਨਿਊ ਲੈਜਿਸਲੇਟਿਵ ਕਾਉਂਸਲ ਫॉर ਬੰਗਾਲ ਜਾਂ ਫਿਰ ਨਾਰਥਰਨ ਵੈਸਟਰਨ ਫਰੰਟੀਅਰ ਪ੍ਰੋਵੀਜ਼ਨ। ਓਕੇ ਹੈ ਜੀ। ਤਾਂ ਇਹ ਗੱਲਬਾਤ ਯਾਦ ਰੱਖਣੀ ਹੈ, ਪੋਰਟਫੋਲੀਓ ਵਾਲੀ ਵੀ ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਹੁਣ ਕਰਦੇ ਕੀ ਹੈ, ਇਸ ਤੋਂ ਬਾਅਦ ਕਹਿੰਦੇ ਆ ਜੀ ਇਹ ਹੁਣ ਵਾਇਸਰਾਏ ਨੂੰ ਇੱਕ ਹੋਰ ਪਾਵਰ ਦੇਤੀ ਕਿ ਇਹ ਆਰਡੀਨੈਂਸ ਲੈ ਕੇ ਆ ਸਕਦਾ ਹੈ। ਆਰਡੀਨੈਂਸ ਦਾ ਮਤਲਬ ਹੁੰਦਾ ਹੈ ਕਿ ਇਹ ਐਕਟ ਬਣਾ ਸਕਦਾ ਹੈ, ਲਾਅ ਬਣਾ ਸਕਦਾ ਹੈ। ਇਹਨੂੰ ਪਾਵਰ ਦੇਤੀ। ਪਹਿਲਾਂ ਕੀ ਸੀਗਾ, ਇਹ ਪਾਵਰ ਇਹਨਾਂ ਕੋਲੇ ਨਹੀਂ ਸੀਗੀ। ਇਹ ਪਹਿਲਾਂ ਤਾਂ ਦੇਖੋ, ਕਹਿਣ ਦਾ ਭਾਵ ਕਿ ਬ੍ਰਿਟਿਸ਼ ਗਵਰਨਮੈਂਟ ਹੀ ਸਾਰਾ ਕੁਝ ਕਰਦੀ ਸੀ, ਪਰ ਹੁਣ ਇਹਨੂੰ ਪਾਵਰ ਦੇਤੀ ਹੈ ਕਿ ਇਹਨੂੰ ਕਹਿਤਾ ਵਾਇਸਰਾਏ ਨੂੰ, ਭਾਈ ਤੂੰ ਬਿੱਲ ਵਗੈਰਾ ਬਣਾ ਸਕਦਾ, ਆਰਡੀਨੈਂਸ ਲੈ ਕੇ ਆ ਸਕਦਾ ਹੈ। ਤਾਂ ਹੁਣ ਸਾਰਾ ਨਿਚੋੜ ਅਗਰ ਆਪਾਂ ਦੇਖੀਏ 1861 ਦਾ, ਸਾਰਾ ਨਿਚੋੜ ਦੇਖੀਏ 1861 ਦਾ, ਤਾਂ ਇਹਦੇ ਵਿੱਚ ਕੀ ਹੈ ਜੀ, ਆਰਡੀਨੈਂਸ ਆ ਗਈ, ਪੋਰਟਫੋਲੀਓ ਸਿਸਟਮ ਆ ਗਿਆ, ਤੇ ਇੰਡੀਅਨ ਕਾਉਂਸਲ ਐਕਟ ਜਿਹੜਾ ਸੀਗਾ, ਇਹਦੇ ਵਿੱਚ ਕੀ ਕੀਤਾ ਇਹਨਾਂ ਨੇ, ਲੈਜਿਸਲੇਟਿਵ ਪਾਵਰ ਜਿਹੜੀ ਸੀਗੀਆਂ ਵਾਪਸ ਕਰਤੀਆਂ, ਬੰਬੇ ਤੇ ਮਦਰਾਸ ਤੇ ਕਲਕੱਤਾ ਨੂੰ ਵੀ। ਠੀਕ ਹੈ, ਤਾਂ ਇਹ ਯਾਦ ਰੱਖਣਾ। ਇਹ ਸੀਗਾ ਜੀ ਐਕਟ ਆਫ 1861। ਸਭ ਤੋਂ ਮਹੱਤਵਪੂਰਨ ਗੱਲ ਹੈਗੀ ਆ ਜੀ, ਵਾਇਸਰਾਏ ਆ ਗਿਆ ਸੀ ਇੱਥੇ, ਲਾਰਡ ਕੈਨਿੰਗ ਤੇ ਆਪਣਾ ਵੈਲੀ, ਮਹਾਰਾਜਾ ਪਟਿਆਲਾ ਤੇ ਸਰ ਦਿਨਕਰ ਰਾਓ ਤੇ ਰਾਜਾ ਬਨਾਰਸ। ਇਹ ਯਾਦ ਰੱਖਣੇ ਆ। ਇਹ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਐਡ ਹੋਇਆ 1861 ਦੇ ਵਿੱਚ। ਹੁਣ ਇਸ ਤੋਂ ਬਾਅਦ ਫੇਰ ਆ ਗਿਆ ਜੀ ਇੰਡੀਅਨ ਕਾਉਂਸਲ ਐਕਟ 1892 ਆ ਗਿਆ। ਹੁਣ ਇਹਨਾਂ ਨੇ ਕੀ ਕੀਤਾ ਦੇਖੋ, 1892 ਵਾਲਾ ਜਿਹੜਾ ਹੈਗਾ ਬੇਟੇ ਬਹੁਤ ਮਹੱਤਵਪੂਰਨ ਆ। ਹੁਣ ਕੀ ਹੋ ਗਿਆ ਵੀ ਲੋਕ ਨਾ ਸਿਆਣੇ ਹੋਣੇ ਸ਼ੁਰੂ ਹੋ ਗਏ, ਵਾਹਵਾ ਸਿਆਣੇ ਹੋ ਗਏ। ਉਹਦਾ ਮਤਲਬ ਕੀ ਹੈ, ਸਿਆਣੇ ਹੋਣ ਦਾ ਕਾਰਨ ਇੱਕ ਹੋਰ ਵੀ ਹੈ।
ਜਦੋਂ ਆਪਾਂ ਮਾਡਰਨ ਹਿਸਟਰੀ ਪੜਾਂਗੇ 1885 ਦੇ ਵਿੱਚ ਕੀ ਬਣ ਗਈ ਸੀਗੀ, ਇੰਡੀਅਨ ਨੈਸ਼ਨਲ ਕਾਂਗਰਸ ਬਣ ਗਈ ਸੀਗੀ। ਉਹਨੇ ਕੀ ਕੀਤਾ, ਲੋਕਾਂ ਨੂੰ ਅਵੇਅਰ ਕਰਨਾ ਸਟਾਰਟ ਕਰਤਾ ਤੇ ਲੋਕਾਂ ਨੂੰ ਸਮਝ ਆ ਗਈ। ਹੁਣ ਜਦੋਂ ਲੋਕਾਂ ਨੂੰ ਸਮਝ ਆ ਗਈ, ਅਵੇਅਰਨੈਸ ਆ ਗਈ, ਲੋਕ ਸਿਆਣੇ ਹੋ ਗਏ, ਲੋਕ ਸਵਾਲ ਕਰਨ ਲੱਗ ਗਏ, ਤਾਂ ਹੁਣ ਇਹਨਾਂ ਨੇ ਕੀ ਕੀਤਾ ਜੀ, ਐਕਟ ਆਫ 1892 ਦੇ ਵਿੱਚ ਕੀ ਕਰਨਗੇ, ਕਹਿੰਦਾ ਜੀ ਦਾ ਇੰਡੀਅਨ ਕਾਉਂਸਲ ਐਕਟ 1892 ਵਾਜ਼ ਐਨ ਐਕਟ ਆਫ ਦਾ ਬ੍ਰਿਟਿਸ਼ ਪਾਰਲੀਮੈਂਟ ਦੈਟ ਇਨਕਰੀਜ਼ ਦਾ ਸਾਈਜ਼ ਆਫ ਦਾ ਲੈਜਿਸਲੇਟਿਵ ਕਾਉਂਸਲ ਇਨ ਇੰਡੀਆ। ਹੁਣ ਲੈਜਿਸਲੇਟਿਵ ਕਾਉਂਸਲ ਕਿਹੜੀ, ਜਦੋਂ ਆਪਾਂ ਕੰਪਨੀ ਰੂਲ ਪੜਿਆ ਸੀ ਵੀ 4 ਤੋਂ 12 ਹੋ ਗਏ, 12 ਤੋਂ ਹੁਣ ਕਿੰਨੇ ਹੋ ਜਾਣਗੇ, 16 ਮੈਂਬਰ ਹੋ ਗਏ, 12 ਤੋਂ ਕਿੰਨੇ ਹੋ ਗਏ ਜੀ, ਹੁਣ 16 ਮੈਂਬਰ ਕਰਤੇ ਲੈਜਿਸਲੇਟਿਵ ਕਾਉਂਸਲ ਦੇ। ਕਹਿੰਦੇ ਖਲਾਰਾ ਵੱਧ ਗਿਆ, ਕੰਮ ਵੱਧ ਗਿਆ, ਭਾਈ ਬੰਦੇ ਵਧਾ ਦਿਓ, ਬੰਦੇ ਵਧਾ ਦਿਓ, ਕਹਿੰਦੇ ਚੱਕ ਦੋ ਕੰਮ, ਤਾਂ 16 ਬੰਦੇ ਕਰਤੇ। ਠੀਕ ਹੈ ਜੀ, ਇਹਨਾਂ ਨੇ ਜਿਹੜੀ ਲੈਜਿਸਲੇਟਿਵ ਕਾਉਂਸਲ ਸੀਗੀ ਉਹਦਾ ਕੀ ਕਰਤਾ, ਆਕਾਰ ਵਧਾਤਾ। ਇਸ ਤੋਂ ਬਾਅਦ ਜਿਹੜੀ ਮਹੱਤਵਪੂਰਨ ਗੱਲ ਹੋਈ ਹੈ ਜੀ, ਇਹਨਾਂ ਨੇ ਬਜਟ ਰੱਖਿਆ। ਤਾਂ 1892 ਦੇ ਐਕਟ ਦੇ ਵਿੱਚ ਕਹਿੰਦਾ ਜੀ ਬਜਟ ਦੇ ਉੱਪਰ ਕੀ ਹੋਊਗੀ, ਡਿਸਕਸ਼ਨ ਹੋਊਗੀ। ਪਹਿਲਾਂ ਪਤੰਦਰ ਪੁੱਛਦੇ ਨਹੀਂ ਸੀ ਕਿਸੇ ਨੂੰ, ਫਸਟ ਟਾਈਮ ਕੀ ਕੀਤਾ, ਡਿਸਕਸ਼ਨ ਰੱਖਤੀ। ਡਿਸਕਸ਼ਨ ਦਾ ਮਤਲਬ ਕਿ ਉਹਦੇ ਵਿੱਚ ਚਰਚਾ ਹੋਊਗੀ ਬਜਟ ਦੇ ਉੱਪਰ। ਤਾਂ ਪੁੱਛਿਆ ਜਾ ਸਕਦਾ ਵੀ ਬਜਟ ਤੇ ਚਰਚਾ ਪਹਿਲੀ ਵਾਰੀ ਕਦੋਂ ਹੋਈ ਹੈ, 1892 ਦੇ ਵਿੱਚ ਹੋਈ ਹੈ। ਤਾਂ ਥਰਡ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈਗੀ ਹੈ ਵੀ ਕਹਿੰਦੇ ਇਨਡਾਇਰੈਕਟ ਇਲੈਕਸ਼ਨ ਹੋਊਗੀ। ਕਿਹਦੀ ਇਨਡਾਇਰੈਕਟ ਇਲੈਕਸ਼ਨ ਹੋਊਗੀ, ਕਿਹਦੀ ਇਨਡਾਇਰੈਕਟ ਇਲੈਕਸ਼ਨ ਹੋਊਗੀ, ਜਿਹੜੇ ਮੈਂਬਰ ਆਫ ਕਾਉਂਸਲ ਹੋਣਗੇ। ਠੀਕ ਹੈ, ਜਿਹੜੇ ਮੈਂਬਰ ਐਡ ਕਰ ਰਹੇ ਸੀ ਕਾਉਂਸਲ ਦੇ, ਪਹਿਲਾਂ ਤਾਂ ਨੋਮੀਨੇਟ ਕਰ ਦਿੰਦੇ ਸੀਗੇ, ਹੁਣ ਕੀ ਹੋਊਗਾ ਇੱਥੇ, ਇਨਡਾਇਰੈਕਟ ਇਲੈਕਸ਼ਨ। ਇਨਡਾਇਰੈਕਟ ਇਲੈਕਸ਼ਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਪ੍ਰੈਜ਼ੀਡੈਂਟ ਸਿਲੈਕਟ ਕਰਦੇ ਆ, ਆਪਾਂ ਆਪ ਤਾਂ ਨਹੀਂ ਵੋਟ ਪਾਉਣ ਜਾਂਦੇ। ਠੀਕ ਹੈ ਜੀ, ਆਪਣੇ ਚੁਣੇ ਹੋਏ ਨੁਮਾਇੰਦੇ ਜਿਹੜੇ ਹੁੰਦੇ ਆ, ਨੁਮਾਇੰਦੇ ਹੁੰਦੇ ਆ, ਉਹ ਵੋਟ ਪਾਉਂਦੇ ਆ। ਤਾਂ ਉਵੇਂ ਇੱਥੇ ਮੈਂਬਰ ਆਫ ਕਾਉਂਸਲ ਦੀ ਵੋਟਿੰਗ ਹੋਣ ਲੱਗ ਗਈ, ਜਿਹਨੂੰ ਕਹਿੰਦੇ ਆ ਜੀ ਇਨਡਾਇਰੈਕਟ ਇਲੈਕਸ਼ਨ। ਤਾਂ ਇੱਥੇ ਇੰਟਰੋਡਿਊਸ ਹੋ ਗਿਆ 1892 ਦੇ ਵਿੱਚ। ਇਹ ਵੀ ਇੱਕ ਮਹੱਤਵਪੂਰਨ ਗੱਲ ਹੈ, ਇਹ ਯਾਦ ਰੱਖਣੀ ਹੈ। ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਤਾ, ਹਾਂਜੀ, ਇਹ 1892 ਐਕਟ ਹੋ ਗਿਆ। ਠੀਕ ਹੈ ਜੀ, ਆਪਣਾ ਇੱਥੇ ਇਨਡਾਇਰੈਕਟ ਇਲੈਕਸ਼ਨ ਹੋ ਰਹੇ ਸੀਗੇ। ਠੀਕ ਹੈ, ਕਿਹਦੇ, ਮੈਂਬਰ ਆਫ ਕਾਉਂਸਲ ਦੇ। ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਐਕਟ ਵੱਲ। ਅਗਲਾ ਐਕਟ ਆ ਗਿਆ ਜੀ ਦਾ ਐਕਟ ਆਫ 1909, ਜਿਹਨੂੰ 1909 ਐਕਟ ਦਾ ਘੱਟ ਕਹਿੰਦੇ ਆ। ਕੀ ਕਹਿੰਦੇ ਆ ਜੀ, ਮੋਰਲੇ ਮਿੰਟੂ। ਉਹ ਮਿੰਟੂ ਗੁਰਸਰੀਆ ਨਹੀਂ ਹੈਗਾ, ਇਹ ਮਿੰਟੂ ਗੁਰਸਰੀਆ ਨਹੀਂ ਹੈਗਾ ਭਾਈ, ਮਿੰਟੂ ਮੋਰਲੇ ਐਕਟ ਇਹਨੂੰ ਕਹਿੰਦੇ ਆ। ਠੀਕ ਹੈ ਜੀ, ਮਿੰਟੂ ਮੋਰਲੇ ਇਹਨੂੰ ਐਕਟ ਕਿਹਾ ਜਾਂਦਾ। ਜਿਹੜਾ ਆਪਣਾ ਕੀ ਸੀਗਾ, ਮਿੰਟੂ ਸੀਗਾ ਇਹ ਵਾਇਸਰਾਏ ਸੀਗਾ। ਠੀਕ ਹੈ ਜੀ, ਇਹ ਵਾਇਸਰਾਏ ਸੀਗਾ ਉਸ ਟਾਈਮ ਤੇ ਜਿਹੜਾ ਮੋਰਲੇ ਸੀਗਾ ਸੈਕਟਰੀ ਆਫ ਸਟੇਟ ਸੀਗਾ, ਸੈਕਟਰੀ ਆਫ ਸਟੇਟ ਸੀਗਾ ਮੋਰਲੇ, ਜੌਨ ਮੋਰਲੇ ਸੀ ਉਹਦਾ ਨਾਮ ਪੂਰਾ। ਤਾਂ ਕਹਿਣ ਦਾ ਮਤਲਬ ਇੱਥੇ ਸੈਕਟਰੀ ਆਫ ਸਟੇਟ ਤੇ ਵਾਇਸਰਾਏ ਦੇ ਨਾਮ ਦੇ ਨਾਲ ਇਹ ਜਾਣਿਆ ਜਾਂਦਾ, ਐਕਟ ਮੋਰਲੇ ਮਿੰਟੂ ਰਿਫਾਰਮ। ਹੁਣ ਇਹਦੇ ਵਿੱਚ ਕੀ ਕੀਤਾ ਜੀ ਇਹਨਾਂ ਨੇ, ਹੁਣ ਇਹ ਕਹਿੰਦੇ ਵੀ ਖਲਾਰਾ ਬਹੁਤ ਪਈ ਜਾਂਦਾ ਹੈ, ਖਲਾਰਾ ਬਹੁਤ ਪਈ ਜਾਂਦਾ ਹੈ। ਤਾਂ ਇਹਨਾਂ ਨੇ ਇਨਕਰੀਜ਼ ਕਰਤਾ ਜੀ, ਕਹਿੰਦਾ ਜੀ ਇਨਕਰੀਜ਼ ਦਾ ਫੰਕਸ਼ਨ ਆਫ ਦਾ ਲੈਜਿਸਲੇਟਿਵ ਕਾਉਂਸਲ ਐਟ ਬੋਥ ਲੈਵਲ। ਕਿਹੜੇ ਲੈਵਲ ਤੇ, ਸੈਂਟਰਲ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ, ਜਿਹਨੂੰ ਆਪਾਂ ਪ੍ਰੋਵਿੰਸ਼ੀਅਲ ਕਹਿ ਦਿੰਦੇ ਆ ਜਾਂ ਕਹਿ ਦਿੰਦੇ ਆ ਸੂਬੇ ਦੇ ਤੌਰ ਤੇ ਕਹਿ ਦਿੰਦੇ ਆ। ਤਾਂ ਇੱਥੇ ਇਹਨਾਂ ਨੇ ਕੀ ਕਰਤਾ ਜੀ, ਦੋਨੇ ਲੈਵਲ ਤੇ ਫੰਕਸ਼ਨ ਕਿਹਦੇ ਵਧਾਤੇ। ਠੀਕ ਹੈ ਜੀ, ਵਧਾਤੇ, ਫੰਕਸ਼ਨ ਵਧਾਤੇ। ਤਾਂ ਜਿਵੇਂ ਹੁਣ ਆਪਾਂ ਪਿੱਛੇ ਪੜ੍ਹ ਕੇ ਆਏ ਆ ਵੀ ਬਜਟ ਤੇ ਕੀ ਹੋਇਆ ਸੀਗਾ, ਪਹਿਲੀ ਵਾਰੀ ਬਜਟ ਤੇ ਡਿਸਕਸ਼ਨ ਹੋਈ ਸੀਗੀ, ਪਰ ਉਦੋਂ ਆਪਾਂ ਕੁਐਸਚਨ ਨਹੀਂ ਪੁੱਛ ਸਕਦੇ ਸੀਗੇ। ਪਰ ਮਿੰਟੂ ਮੋਰਲੇ ਰਿਫਾਰਮ ਦੇ ਵਿੱਚ ਕੀ ਕੀਤਾ, ਇਹ ਕਹਿੰਦੇ ਵੀ ਲੋਕ, ਤੁਹਾਨੂੰ ਮੈਂ ਦੱਸਿਆ ਪਹਿਲਾਂ ਹੀ ਸਿਆਣੇ ਹੋ ਗਏ ਬਹੁਤ 1885 ਕਰਕੇ। ਤਾਂ ਇੱਥੇ ਲੋਕ ਕਹਿੰਦੇ ਵੀ ਅਸੀਂ ਪੁੱਛਾਂਗੇ, ਜਿਵੇਂ ਆਪਾਂ ਪਿੰਡ ਦੇ ਸਰਪੰਚ ਨੂੰ ਪੁੱਛ ਲੈਂਦੇ ਆ ਭਾਈ 5 ਲੱਖ ਗ੍ਰਾਂਟ ਆਈ, ਦੱਸ ਕਿੱਥੇ ਲਾਈ ਹੈ। ਤਾਂ ਕਹਿੰਦੇ ਅਸੀਂ ਪੁੱਛਾਂਗੇ ਭਾਈ ਕਿੱਥੇ ਪੈਸਾ ਆਇਆ ਤੇ ਕਿੱਥੇ ਗਿਆ। ਤਾਂ ਇੱਥੇ ਜਿਹੜੇ ਮੈਂਬਰ ਸੀਗੇ ਕਾਉਂਸਲ ਦੇ, ਉਹ ਕੁਐਸਚਨ ਵੀ ਪੁੱਛ ਸਕਦੇ ਸੀ ਬਜਟ ਦੇ ਉੱਪਰ। ਠੀਕ ਹੈ ਜੀ, ਬਜਟ ਦੇ ਉੱਪਰ ਸਵਾਲ ਵੀ ਪੁੱਛ ਸਕਦੇ ਸੀ ਤੇ ਮਤਾ ਵੀ ਪਾਸ ਕਰ ਸਕਦੇ ਸੀਗੇ। ਤੇ ਪਹਿਲੀ ਵਾਰੀ ਹੋਇਆ ਸੀ, ਜਿਹੜੀ ਚੀਜ਼ ਪਹਿਲੀ ਵਾਰੀ ਹੁੰਦੀ ਹੈ ਐਗਜ਼ਾਮੀਨਰ ਉਹ ਬਹੁਤ ਪੁੱਛਦਾ ਭਾਈ। ਮਿੰਟੂ ਮੋਰਲੇ ਰਿਫਾਰਮ ਦੇ ਵਿੱਚ ਹੋਇਆ ਸੀਗਾ ਇਹ। ਤਾਂ ਅੱਗੇ ਚੱਲੀਏ ਜੇ ਆਪਾਂ ਹੁਣ, ਅਗਲਾ ਜਿਹੜਾ ਸਭ ਤੋਂ ਮਹੱਤਵਪੂਰਨ ਕੰਮ ਹੋਣ ਜਾ ਰਿਹਾ ਹੈ, ਜਿੱਥੋਂ ਕੁਐਸਚਨ ਆਉਂਦੇ, ਜਿੱਥੇ ਜਵਾਬ ਬੌਂਦਲ ਜਾਂਦੇ ਆ, ਕਹਿੰਦਾ ਜੀ ਇਟ provided for the first time for the ਐਸੋਸੀਏਸ਼ਨ ਆਫ ਇੰਡੀਅਨ ਵਿਦ ਦਾ ਐਗਜ਼ੀਕਿਊਟਿਵ ਕਾਉਂਸਲ। ਤਾਂ ਪਿੱਛੇ ਆਪਾਂ ਪੜ੍ਹ ਕੇ ਗਏ ਆ 1861 ਦੇ ਵਿੱਚ ਕੀ ਹੋਇਆ ਸੀਗਾ, ਲੈਜਿਸਲੇਟਿਵ ਕਾਉਂਸਲ, ਜਿਹਦੇ ਵਿੱਚ 3 ਬੰਦੇ ਐਡ ਹੋਏ ਸੀਗੇ। ਉਹੀ ਅਣਖੀ ਆਪਣਾ ਪਟਿਆਲੇ ਵਾਲਾ, ਉਦੋਂ ਮਹਾਰਾਜਾ ਨਰਿੰਦਰ ਸਿੰਘ ਸੀਗਾ, ਵੀ ਨੋਟ ਕਰ ਲਿਓ, ਮਹਾਰਾਜਾ ਨਰਿੰਦਰ ਸਿੰਘ ਸੀਗਾ। ਤਾਂ ਨਰਿੰਦਰ ਸਿੰਘ ਜਦੋਂ ਐਡ ਹੋਇਆ ਸੀਗਾ ਐਗਜ਼ੀਕਿਊਟਿਵ ਦੇ ਵਿੱਚ। ਠੀਕ ਹੈ ਜੀ, ਤਾਂ ਬਨਾਰਸ ਵਾਲਾ ਰਾਜਾ ਹੋ ਗਿਆ। ਠੀਕ ਹੈ, ਤਾਂ ਉਹ ਐਗਜ਼ੀਕਿਊਟਿਵ ਚ ਉਹ ਹੋਏ ਸੀ ਲੈਜਿਸਲੇਟਿਵ ਦੇ ਵਿੱਚ। ਹੁਣ ਕਿਹਦੇ ਵਿੱਚ ਐਡ ਹੋਣ ਜਾ ਰਿਹਾ, ਫਸਟ ਟਾਈਮ ਐਡ ਹੋਣ ਜਾ ਰਿਹਾ ਐਗਜ਼ੀਕਿਊਟਿਵ ਕਾਉਂਸਲ। ਵਾਇਸਰਾਏ ਦੀ ਜਿਹੜੀ ਐਗਜ਼ੀਕਿਊਟਿਵ ਕਾਉਂਸਲ ਹੈਗੀ ਹੈ, ਉਹਦੇ ਚ ਇੱਕ ਬੰਦਾ ਐਡ ਹੋਣ ਜਾ ਰਿਹਾ। ਉਹ ਬੰਦਾ ਕੌਣ ਸੀਗਾ, ਇੰਡੀਅਨ ਸੀਗਾ ਭਾਈ ਸਤਿੰਦਰ ਪ੍ਰਸਾਦ ਸਿਨਹਾ। ਤਾਂ ਇਹਨੂੰ ਕਿਹਨੇ ਕੀਤਾ ਜੀ ਐਡ, ਇਹਨੂੰ ਐਡ ਕੀਤਾ ਜੀ ਵਾਇਸਰਾਏ ਨੇ ਐਡ ਕੀਤਾ। ਤੇ ਇਹਨੂੰ ਅਪਾਇੰਟ ਕੀ ਕੀਤਾ ਗਿਆ, ਲਾਅ ਮੈਂਬਰ। ਹੁਣ ਤੁਸੀਂ ਕਹੋਗੇ ਸਰ ਜੀ ਲਾਅ ਮੈਂਬਰ ਕਿਉਂ ਕੀਤਾ, ਹੁਣੇ ਤਾਂ ਪੜ੍ਹਾ ਕੇ ਆਇਆ ਤੁਹਾਨੂੰ ਮੈਂ ਪੋਰਟਫੋਲੀਓ ਸਿਸਟਮ, ਵੀ 5 ਵਿਭਾਗਾਂ 'ਚ ਕੰਮ ਵੰਡਤਾ ਸੀਗਾ, ਇਹਨੂੰ ਦਿੱਤਾ ਸਮਝ ਲਓ ਵੀ ਲਾਅ। ਜਿਵੇਂ ਅੱਜ ਕੱਲ੍ਹ ਲਾਅ ਮਿਨਿਸਟਰ ਹੁੰਦੇ ਆ, ਉਸ ਟਾਈਮ ਦਾ ਐਂ ਕਹਿ ਲਓ ਲਾਅ ਮਿਨਿਸਟਰ ਸੀਗਾ, ਇਹਨੂੰ ਲਾਅ ਮੈਂਬਰ ਬਣਾਤਾ। ਤਾਂ ਇਹਨੂੰ ਪਹਿਲੀ ਵਾਰੀ ਐਡ ਹੋਇਆ ਸੀਗਾ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ, ਗਵਰਨਰ ਦੇ। ਠੀਕ ਹੈ ਜੀ, ਇਹ ਯਾਦ ਰੱਖਣਾ, ਵਾਇਸਰਾਏ ਦੀ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਐਡ ਹੋਣ ਵਾਲਾ ਬੰਦਾ ਸਤਿੰਦਰ ਪ੍ਰਸਾਦ ਸਿਨਹਾ ਸੀਗਾ। ਓਕੇ ਹੈ ਜੀ। ਤਾਂ ਅੱਗੇ ਚੱਲਦੇ ਹਾਂ ਜੀ, ਆਪਾਂ ਮਿੰਟੂ ਮੋਰਲੇ ਰਿਫਾਰਮ ਦੇ ਵਿੱਚ ਪੜ੍ਹਦੇ ਹਾਂ।
ਇਸ ਤੋਂ ਬਾਅਦ ਪਤੰਦਰਾਂ ਨੇ ਇਹਨਾਂ ਨੇ ਐ ਇੰਟਰੋਡਿਊਸ ਕਰਤਾ ਵੀ ਇਲੈਕਸ਼ਨ ਹੋਣਗੇ, ਇਲੈਕਸ਼ਨ ਇੰਟਰੋਡਿਊਸ ਕੀਤੇ ਤਾਂ ਆਪਣੇ ਵਾਲੇ ਹੋ ਗਏ ਕੰਨ ਖੜੇ, ਠੀਕ ਹੈ, ਆਪਣੇ ਵਾਲਿਆਂ ਦੇ ਗਧੇ ਦੇ ਕੰਨਾਂ ਵਾਂਗੂ ਕੰਨ ਖੜੇ ਕਰ ਲਏ। ਕਹਿੰਦਾ ਚਲੋ ਚਲੀਏ ਮੁਕਤਸਰ, ਕੁੜਤੇ ਪਜਾਮੇ ਸਵਾ ਕੇ ਲਿਆਉਣੇ ਆ ਵੀ ਹੁਣ ਇਲੈਕਸ਼ਨ ਹੋਣਗੇ, ਆਪਾਂ ਇਲੈਕਸ਼ਨ 'ਚ ਖੜੇ ਹੋਵਾਂਗੇ, ਆਪਾਂ ਸਵਾਦ ਲਾਵਾਂਗੇ, ਲੁੱਟਾਂਗੇ ਆਪਾਂ ਵੀ ਜਿੰਨਾ ਕੁ ਅੰਗਰੇਜ਼ਾਂ ਨੇ ਲੁੱਟਿਆ। ਪਰ ਅੰਗਰੇਜ਼ ਵੀ ਅੱਗੋਂ ਬਹੁਤ ਕੁੱਤੇ ਸੀਗੇ, ਠੀਕ ਹੈ, ਬੜੇ ਗੰਦੇ ਸੀਗੇ। ਉਹ ਸ਼ੁਰੂ ਤੋਂ ਇਹੀ ਪਾਲਿਸੀ ਲੈ ਕੇ ਆਏ ਸੀਗੇ ਵੀ ਡਿਵਾਈਡ ਕਰੋ ਤੇ ਰੂਲ ਕਰੋ। ਤਾਂ ਇਹਨਾਂ ਨੇ ਇਲੈਕਸ਼ਨ ਤਾਂ ਅਨਾਉਂਸ ਕਰਤੇ, ਪੂਰੇ ਦੇਸ਼ 'ਚ ਢੰਡੋਰਾ ਪਿੱਟਤਾ ਵੀ ਇਲੈਕਸ਼ਨ ਹੋਣੇ ਆ। ਪਰ ਪਤੰਦਰਾਂ ਨੇ ਜਿਹੜੇ ਇਲੈਕਸ਼ਨ ਹੋਣੇ ਸੀ ਉਹ ਜਾਤ ਪਾਤ ਦੇ ਆਧਾਰ ਤੇ ਕਰਤੇ। ਜਾਤ ਪਾਤ ਦੇ ਆਧਾਰ ਤੇ ਕਿਉਂ ਕੀਤੇ? ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਇੰਡੀਆ ਵਿੱਚ ਬਹੁਤ ਤਰ੍ਹਾਂ ਦੇ ਧਰਮ ਦੇ ਲੋਕ ਰਹਿੰਦੇ ਆ, ਜਾਤ ਪਾਤ ਤੇ ਭੇਦਭਾਵ ਕਰਦੇ ਆ। ਤੇ ਇਹਨਾਂ ਨੇ ਉਹੀ ਕੀ ਕਰਤਾ, ਆਪਣਾ ਵੈਪਨ ਬਣਾ ਲਿਆ ਵੀ ਆਪਾਂ ਜਾਤ ਪਾਤ ਦੇ ਆਧਾਰ ਤੇ ਵੰਡ ਦਾਂਗੇ। ਤਾਂ ਇਹਨਾਂ ਨੇ ਕੀ ਇੰਟਰੋਡਿਊਸ ਕੀਤਾ, ਕਮਿਊਨਲ ਆਪਣਾ ਸੈਪਰੇਟ ਇਲੈਕਟੋਰੇਟ ਦਾ ਕਨਸੈਪਟ ਕੀਤਾ ਵੀ ਜਿਹੜਾ ਮੁਸਲਿਮ ਬੰਦਾ ਖੜਾ ਹੋਊਗਾ ਤੁਹਾਨੂੰ ਮੁਸਲਿਮ ਹੀ ਵੋਟ ਪਾ ਸਕਦੇ, ਹਿੰਦੂ ਨਹੀਂ ਵੋਟ ਪਾ ਸਕਦੇ। ਜਿਵੇਂ ਅੱਜ ਕੱਲ ਆਪਾਂ ਵੋਟਾਂ ਪਾਉਣੇ ਆ, ਐਂ ਤਾਂ ਨਹੀਂ ਹੈਗਾ ਵੀ ਮੰਨ ਲਓ ਕੋਈ ਬੰਦਾ ਖੜਾ ਵੀ ਹਿੰਦੂ ਦੀ ਲਾਈਨ ਅਲੱਗ ਹੈ, ਮੁਸਲਿਮ ਦੀ ਅਲੱਗ ਹੈ, ਸਿੱਖਾਂ ਦੀ ਅਲੱਗ ਹੈ, ਜੈਨੀਆਂ ਦੀ ਅਲੱਗ ਹੈ, ਨਹੀਂ। ਤਾਂ ਉਹਨਾਂ ਨੇ ਉਸ ਟਾਈਮ ਤੇ ਇਹ ਚੀਜ਼ ਕਰਤੀ ਸੀਗੀ। ਤਾਂ ਇਹ ਸੈਪਰੇਟ ਇਲੈਕਟੋਰੇਟ ਵਾਲਾ ਜਿਹੜਾ ਸਿਸਟਮ ਆਇਆ ਸੀ ਬੇਟੇ, ਇਹ ਮੋਰਲੇ ਮਿੰਟੂ ਰਿਫਾਰਮ ਚ ਆਇਆ ਸੀਗਾ। ਤਾਂ ਹੀ ਤਾਂ ਜਿਹੜਾ ਹੈਗਾ ਲਾਰਡ ਮਿੰਟੂ, ਇਹਨੂੰ ਕੀ ਕਹਿੰਦੇ ਆ ਜੀ, ਫਾਦਰ ਆਫ ਦਾ ਕਮਿਊਨਲ ਇਲੈਕਟੋਰੇਟ। ਕਮਿਊਨਲ ਦਾ ਮਤਲਬ ਹੁੰਦਾ ਹੈ ਕਿ ਜਾਤ ਪਾਤ ਦੇ ਆਧਾਰ ਤੇ ਇਲੈਕਸ਼ਨ ਕਰਵਾਉਣੇ। ਤਾਂ ਇਹਨੇ ਕਰਵਾਏ ਸੀ ਲਾਰਡ ਮਿੰਟੂ ਨੇ, ਠੀਕ ਹੈ ਜੀ, ਇਹ ਯਾਦ ਰੱਖਣਾ। ਆਈ ਹੋਪ ਹੁਣ ਨਹੀਂ ਤੁਸੀਂ ਭੁੱਲਦੇ। ਤਾਂ ਹੀ ਤਾਂ ਮੈਂ ਕਹਿੰਦਾ ਥਿਊਰੀ ਪੜੋਗੇ ਬੇਟਾ, ਕੁਝ ਨਹੀਂ ਭੁੱਲਦੇ, ਕੁਝ ਨਹੀਂ ਭੁੱਲਦੇ ਜੀ, ਤੁਹਾਨੂੰ ਸਭ ਕੁਝ ਯਾਦ ਰਹੂਗਾ। ਚਲੋ ਜੀ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਇਹ ਮੋਰਲੇ ਮਿੰਟੂ ਰਿਫਾਰਮ ਹੋ ਗਿਆ ਆਪਣਾ। ਇਸ ਤੋਂ ਬਾਅਦ ਜਿਹੜਾ ਅਗਲਾ ਐਕਟ ਆਉਂਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1919, ਜਿਹਨੂੰ ਕਹਿ ਦਿੰਦੇ ਆ ਜੀ ਮੌਂਟੇਗ ਤੇ ਚੈਮਸਫੋਰਡ ਰਿਫਾਰਮ। ਮੌਂਟੇਗ ਤੇ ਚੈਮਸਫੋਰਡ ਰਿਫਾਰਮ ਕਹਿੰਦੇ ਆ। ਇਹ ਸੀਗਾ ਸੈਕਟਰੀ ਆਫ ਸਟੇਟ ਤੇ ਇਹ ਸੀਗਾ ਜੀ ਉਸ ਟਾਈਮ ਤੇ ਵਾਇਸਰਾਏ, ਠੀਕ ਹੈ। ਤਾਂ ਹੁਣ ਜਿਹੜਾ ਇਹ ਐਕਟ ਹੈਗਾ ਬੇਟੇ, ਇਹ ਆਇਆ ਤਾਂ 1919 ਨੂੰ ਸੀਗਾ, ਪਰ ਲਾਗੂ ਕਦੋਂ ਹੋਇਆ? 1921 ਨੂੰ ਹੋਇਆ, ਠੀਕ ਹੈ ਜੀ। ਆਇਆ 1919 ਨੂੰ ਹੈ ਤੇ ਲਾਗੂ ਕਦੋਂ ਹੁੰਦਾ ਜੀ? 1921 ਨੂੰ ਹੁੰਦਾ। ਹੁਣ ਇਸ ਐਕਟ ਦੇ ਵਿੱਚ ਕੀ ਹੁੰਦਾ ਜੀ? ਇਸ ਐਕਟ ਦੇ ਵਿੱਚ ਕੀ ਹੁੰਦਾ? ਇਸ ਐਕਟ ਦੇ ਵਿੱਚ ਪਤੰਦਰ ਲੈ ਕੇ ਆਉਂਦੇ ਆ ਇੱਕ ਨਵੀਂ ਚੀਜ਼ ਲੈ ਆਉਂਦੇ ਆ, ਨਵੀਂ ਚੀਜ਼ ਲੈ ਆਉਂਦੇ ਆ ਡਾਇਰਾਰਕੀ। ਡਾਇਰਾਰਕੀ ਕੀ ਹੁੰਦਾ ਜੀ? ਡਿਊਅਲ ਗਵਰਨਮੈਂਟ, ਜਿਹਨੂੰ ਕਹਿ ਦਿੰਦੇ ਆ ਡਿਊਅਲ ਗਵਰਨਮੈਂਟ, ਜਾਂ ਕਹਿ ਦਿੰਦੇ ਆ ਜੀ ਡਬਲ ਗਵਰਨਮੈਂਟ। ਡਬਲ ਗਵਰਨਮੈਂਟ, ਠੀਕ ਹੈ ਜੀ। ਇਹ ਇੱਕ ਨਾ ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਚਲੋ ਇੰਨੀ ਡਿਟੇਲ ਜੋ ਹੈ ਜਾਣ ਦੀ ਜ਼ਰੂਰਤ ਨਹੀਂ ਹੈਗੀ, ਜਦੋਂ ਪੜਾਂਗੇ ਹਿਸਟਰੀ ਦੱਸ ਦਾਂਗੇ। ਤਾਂ ਇਹ ਡਬਲ ਗਵਰਨਮੈਂਟ ਲੈ ਆਏ। ਹੁਣ ਇਹ ਕਹਿੰਦੇ ਵੀ ਕੰਮ ਨਾ ਬਹੁਤ ਵਧਿਆ ਪਿਆ ਵੀ ਆਪਾਂ ਨਾ, ਜਿਵੇਂ ਤੁਹਾਨੂੰ ਮੈਂ ਦੱਸਿਆ ਪਿੱਛੇ ਜੇ, ਡਬਲ ਗਵਰਨਮੈਂਟ ਕੌਣ ਲੈ ਕੇ ਆਇਆ ਸੀਗਾ? ਯਾਦ ਕਰਿਓ, ਜੇ ਯਾਦ ਆਇਆ ਤਾਂ ਕਮੈਂਟ ਬਾਕਸ ਦੇ ਵਿੱਚ ਲਿਖਿਓ। ਡਬਲ ਗਵਰਨਮੈਂਟ ਜਦੋਂ ਕੀ ਹੈ, ਬੋਰਡ ਆਫ ਕੰਟਰੋਲ, ਠੀਕ ਹੈ ਜੀ, ਤੇ ਡਾਇਰੈਕਟਰ ਵਾਲਾ ਕੰਮ, ਠੀਕ ਹੈ ਜੀ, ਉਹ ਅਲੱਗ-ਅਲੱਗ ਕਰਤਾ ਸੀਗਾ। ਸ਼ਾਇਦ ਤੁਹਾਨੂੰ ਯਾਦ ਆ ਗਿਆ ਹੋਊਗਾ, ਜੇ ਨਹੀਂ ਯਾਦ ਆਇਆ ਤਾਂ ਕਮੈਂਟ ਵਿੱਚ ਲਿਖਿਓ। ਤਾਂ ਇਹ ਡਬਲ ਗਵਰਨਮੈਂਟ ਲੈ ਕੇ ਆ ਗਿਆ। ਹੁਣ ਇਹਨੇ ਕੀ ਇੰਟਰੋਡਿਊਸ ਕਰਤਾ? ਕਹਿੰਦਾ ਜੀ ਡਾਇਰਾਰਕੀ ਇੰਟਰੋਡਿਊਸ ਕਰਤਾ ਜੀ। ਕਹਿੰਦਾ ਜੀ ਪ੍ਰੋਵਿੰਸ਼ੀਅਲ ਲੈਵਲ ਤੇ ਤਾਂ ਇਹਦੇ ਵਿੱਚ ਡਿਊਅਲ ਗਵਰਨਮੈਂਟ ਆਪਾਂ ਸੈੱਟ ਕਰਾਂਗੇ, ਜਿਹੜੀ ਇੱਕ ਤਾਂ ਅਕਾਊਂਟੇਬਲ ਹੋਊਗੀ, ਦੂਜੀ ਨਾਨ ਅਕਾਊਂਟੇਬਲ। ਹੁਣ ਇਹਦਾ ਕੀ ਮਤਲਬ ਹੈ ਜੀ, ਅਕਾਊਂਟੇਬਲ ਤੇ ਨਾਨ ਅਕਾਊਂਟੇਬਲ? ਹੁਣ ਇਹ ਪਤੰਦਰ ਬਾਹਲਾ ਹੀ ਦਿਮਾਗੀ ਸੀਗਾ, ਜਿਹੜਾ ਸਿਸਟਮ ਲੈ ਕੇ ਆਇਆ। ਇਹ ਸਿਸਟਮ ਜਿਹੜਾ ਲੈ ਕੇ ਆਇਆ ਬਾਹਲਾ ਦਿਮਾਗੀ ਸੀਗਾ। ਹੁਣ ਕੀਤਾ ਕੀ, ਮੈਂ ਅਗਲੀ ਸਲਾਈਡ 'ਚ ਪੜਾਉਣਾ। ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਜਿਹੜਾ, ਹੁਣ ਆਪਾਂ ਐ ਕਰ ਲਓ, ਇੱਥੇ ਪ੍ਰੋਵਿੰਸ ਨੂੰ ਐ ਮੰਨ ਲਓ ਵੀ ਸਟੇਟ ਮੰਨ ਲਓ ਜਿਵੇਂ ਪੰਜਾਬ ਕਹਿ ਲਓ। ਤਾਂ ਜਿਹੜੀ ਹੁਣ ਇਹ ਗਵਰਨਮੈਂਟ ਹੈਗੀ ਆ, ਇਹਨੇ ਦੋ ਗਰੁੱਪ 'ਚ ਵੰਡਤੀ। ਕਿਹੜੇ ਗਰੁੱਪ 'ਚ ਵੰਡਤੀ? ਵੀ ਪਹਿਲਾ ਜਿਹੜਾ ਗਰੁੱਪ ਹੈਗਾ ਉਹ ਕੀ ਹੋ ਗਿਆ ਜੀ, ਰਿਜ਼ਰਵ ਹੋ ਗਿਆ, ਦੂਜਾ ਟਰਾਂਸਫਰ ਹੋ ਗਿਆ। ਕਹਿਣ ਦਾ ਮਤਲਬ ਕੀ ਹੈ, ਸ਼ਕਤੀਆਂ ਨੂੰ ਵੰਡਤਾ। ਪਹਿਲੀਆਂ ਸ਼ਕਤੀਆਂ ਰਿਜ਼ਰਵ ਸੀਗੀਆਂ, ਦੂਜੀਆਂ ਟਰਾਂਸਫਰ ਸੀਗੀਆਂ। ਰਿਜ਼ਰਵ ਦਾ ਮਤਲਬ ਕੀ ਹੈ ਕਿ ਉਹ ਸਿਰਫ ਅੰਗਰੇਜ਼ਾਂ ਨੇ ਆਪਦੇ ਕੋਲ ਰੱਖ ਲਈਆਂ, ਜਿਹੜੀਆਂ ਇੰਡੀਆ ਨੂੰ ਦਿੱਤੀਆਂ ਸਿਰਫ ਟਰਾਂਸਫਰ ਕਰਤੀਆਂ। ਹੁਣ ਰਿਜ਼ਰਵ ਦੇ ਵਿੱਚ ਕੀ ਕੀਤਾ ਇਹਨਾਂ ਨੇ, ਜਿੱਥੋਂ ਪੈਸਾ ਆਉਂਦਾ ਸੀਗਾ ਜਿਹੜੇ ਡਿਪਾਰਟਮੈਂਟਾਂ ਤੋਂ, ਉਹ ਡਿਪਾਰਟਮੈਂਟ ਆਪਣੇ ਕੋਲ ਰੱਖ ਲਏ। ਜਿਹੜੇ ਛੋਟੇ ਮੋਟੇ ਡਿਪਾਰਟਮੈਂਟ ਸੀਗੇ, ਗਲੀਆਂ ਗੁਲੀਆਂ ਬਣਾਉਣੀਆਂ, ਨਾਲੀਆਂ ਨੂਲੀਆਂ ਜਿਹੀਆਂ ਬਣਾਉਣੀਆਂ, ਕਹਿੰਦੇ ਤੁਸੀਂ ਲੈ ਲਓ ਬਸ। ਕਹਿਣ ਦਾ ਮਤਲਬ ਖੁਸ਼ ਕਰਤੇ, ਕਹਿਣ ਦਾ ਮਤਲਬ ਕੀ ਕਰਤਾ, ਮਿੱਠੀ ਗੋਲੀ ਪਾਤੀ। ਤਾਂ ਇਹ ਸੀਗਾ ਜੀ ਡਾਇਰਾਰਕੀ ਸਿਸਟਮ। ਇਹਦੇ ਵਿੱਚ ਇਹਨਾਂ ਨੇ ਸੈਂਟਰਲ ਲੈਵਲ ਤੇ ਵੀ ਕਰਤਾ ਤੇ ਸਟੇਟ ਲੈਵਲ ਤੇ ਕਰਤਾ, ਠੀਕ ਹੈ ਜੀ। ਕੀ ਕਰਤਾ? ਡਾਇਰਾਰਕੀ ਸਿਸਟਮ ਨੂੰ ਕਰਤਾ। ਤਾਂ ਇਹਦੇ ਵਿੱਚ ਕੀ ਕੀਤਾ, ਇੱਕ ਤਾਂ ਕਹਿੰਦੇ ਜੇ ਰਿਜ਼ਰਵ ਰੱਖ ਲਓ, ਦੂਜਾ ਟਰਾਂਸਫਰ ਕਰ ਦਿਓ। ਹੁਣ ਕਹਿੰਦਾ ਜੀ ਜਿਹੜੇ ਸੀਗੇ ਰਿਜ਼ਰਵ, ਉਹਨੂੰ ਕੌਣ ਕੰਟਰੋਲ ਕਰਦਾ ਸੀਗਾ? ਬ੍ਰਿਟਿਸ਼ ਗਵਰਨਰ ਕੰਟਰੋਲ ਕਰਦੇ ਸੀਗੇ। ਜਿਹੜੇ ਟਰਾਂਸਫਰ ਸੀਗੇ ਉਹਨੂੰ ਕੌਣ ਕਰਦੇ ਸੀਗੇ? ਇੰਡੀਅਨ ਮਿਨਿਸਟਰ। ਤਾਂ ਦੇਖੋ ਤੁਹਾਨੂੰ ਮੈਂ ਦੱਸਤਾ ਵੀ ਜਿਹੜੀ ਗਲੀਆਂ ਨਾਲੀਆਂ ਵਾਲੀ ਗੱਲ ਹੈ ਵੀ ਉਹਨਾਂ ਨੂੰ ਇੰਡੀਅਨ ਨੂੰ ਦਿੱਤੀਆਂ ਵੀ ਖੁਸ਼ ਹੋ ਜਾਓ। ਜਿਹੜੇ ਮੇਨ ਕੰਮ ਸੀ, ਜਿੱਥੋਂ ਟੈਕਸ ਆਉਂਦਾ ਸੀ, ਪੈਸਾ ਆਉਂਦਾ ਸੀ, ਉਹ ਆਪਣੇ ਕੋਲ ਰੱਖ ਲਏ। ਤਾਂ ਇਹ ਹੈਗਾ ਜੀ ਤੁਹਾਡਾ ਡਾਇਰਾਰਕੀ ਸਿਸਟਮ। ਤਾਂ ਹੀ ਤੁਹਾਨੂੰ ਕਹਿੰਦੇ ਅਕਾਊਂਟੇਬਲ ਤੇ ਨਾਨ ਅਕਾਊਂਟੇਬਲ, ਠੀਕ ਹੈ ਜੀ। ਤਾਂ ਕਲੀਅਰ ਹੋ ਗਈ ਗੱਲ। ਤਾਂ ਇਹਨੂੰ ਪੰਜਾਬੀ 'ਚ ਵੀ ਪੜ੍ਹ ਸਕਦੇ ਆ ਤੁਸੀਂ ਬਾਅਦ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਆ ਜੀ, ਹੁਣ ਜਿੱਥੇ ਸਾਰਾ ਸਿਸਟਮ ਖੜਾ, ਇਹਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਗੱਲ ਹੋਈ, ਤੁਸੀਂ ਅੱਜ ਕੱਲ ਦੇਖਦੇ ਆ ਲੋਕ ਸਭਾ, ਰਾਜ ਸਭਾ। ਤਾਂ ਇਹ ਵੀ ਕਨਸੈਪਟ ਇੱਥੇ ਆਇਆ ਸੀ। ਕਹਿੰਦਾ ਜੀ ਦਿਸ ਐਕਟ ਮੇਡ ਸੈਂਟਰਲ ਲੈਜਿਸਲੇਚਰ ਬਾਈ ਕੈਮਰਲ। ਤਾਂ ਬਾਈ ਕੈਮਰਲ ਦਾ ਮਤਲਬ ਕੀ ਹੁੰਦਾ ਹੈ? ਦੋ ਸਦਨ ਹੁੰਦੇ ਆ। ਯੂਨੀ ਕੈਮਰਲ ਦਾ ਮਤਲਬ ਇੱਕ ਸਦਨ, ਜਿਵੇਂ ਆਪਣੀ ਕੱਲੀ ਵਿਧਾਨ ਸਭਾ ਹੈ, ਠੀਕ ਹੈ ਜੀ, ਜਿਵੇਂ ਪੰਜਾਬ ਦੇ ਵਿੱਚ ਕੱਲੀ ਵਿਧਾਨ ਸਭਾ ਹੈ। ਤਾਂ ਦੋ ਕਰਤੇ ਜੀ ਇਹਨੇ,
ਇੱਕ ਲੋਅਰ ਹਾਊਸ, ਇੱਕ ਅਪਰ ਹਾਊਸ। ਜਿਵੇਂ ਆਪਾਂ ਲੋਅਰ ਹਾਊਸ ਨੂੰ ਲੋਕ ਸਭਾ ਬੋਲਦੇ ਆ, ਤਾਂ ਉਸ ਟਾਈਮ ਤੇ ਬੋਲਦੇ ਸੀਗੇ ਲੈਜਿਸਲੇਟਿਵ ਅਸੈਂਬਲੀ ਬੋਲਦੇ ਸੀ। ਉਹਦੇ 145 ਮੈਂਬਰ, 100 ਕਿੰਨੇ ਜੀ 45 ਮੈਂਬਰ। ਤੇ ਅੱਜ ਕੱਲ ਕਿੰਨੇ ਆ ਤੁਹਾਨੂੰ ਪਤਾ ਹੀ ਆ, 545 ਕਾ ਮੈਨੂੰ ਲੱਗਦਾ 545 ਕ ਮੈਂਬਰ ਆ। ਤਾਂ ਇਹਦੀ ਜਿਹੜੀ ਟਨਿਓਰ ਹੁੰਦੀ ਸੀ 3 ਸਾਲ ਵਾਸਤੇ ਹੁੰਦੀ ਸੀਗੀ। ਟਨਿਓਰ ਕੀ ਹੁੰਦੀ ਸੀ ਬੇਟਾ? 3 ਸਾਲ ਵਾਸਤੇ ਹੁੰਦੀ ਸੀ। ਠੀਕ ਹੈ, ਜਿਹਨੂੰ ਆਪਾਂ ਅੱਜ ਕੱਲ ਲੋਕ ਸਭਾ ਕਹਿੰਦੇ ਆ। ਤੇ ਅਪਰ ਹਾਊਸ ਜਿਹਨੂੰ ਕਾਉਂਸਲ ਆਫ ਸਟੇਟ ਕਹਿੰਦੇ, ਅੱਜ ਕੱਲ ਵੀ ਕਾਉਂਸਲ ਆਫ ਸਟੇਟ ਹੀ ਕਹਿੰਦੇ ਆ। ਇਹਦੇ ਵਿੱਚ 60 ਮੈਂਬਰ ਹੁੰਦੇ ਸੀ, ਪਰ ਫਰਕ ਕੀ ਸੀਗਾ? ਇਹਨਾਂ ਦੀ ਟਨਿਓਰ ਹੁੰਦੀ ਸੀ 5 ਸਾਲ ਦੀ। ਤਾਂ ਜਿਹੜੇ ਅੱਜ ਕੱਲ ਰਾਜ ਸਭਾ ਹੈ, ਇਹਨੂੰ ਆਪਾਂ ਡਿਸੋਲਵ ਨਹੀਂ ਕਰ ਸਕਦੇ। ਇਹਦੇ ਮੈਂਬਰ ਰਿਟਾਇਰ ਹੁੰਦੇ 1/3 ਮੈਂਬਰ, ਪਰ ਉਸ ਟਾਈਮ ਤੇ ਟਨਿਓਰ ਹੁੰਦੀ ਸੀ 5 ਸਾਲ। ਇਹ ਯਾਦ ਰੱਖਣੀ ਹੈ। ਤੇ ਕੌਣ ਲੈ ਕੇ ਆਇਆ ਸੀ ਭਾਈ ਤੁਹਾਡਾ ਇਹ ਲੈ ਕੇ ਆਏ ਸੀਗੇ ਜੀ ਤੁਹਾਡਾ ਮੌਂਟੇਗ ਤੇ ਚੈਮਸਫੋਰਡ ਰਿਫਾਰਮ ਦੇ ਵਿੱਚ ਆਇਆ ਇਹ ਚੀਜ਼, ਜਿਹੜੀ ਅੱਜ ਕੱਲ ਚੱਲ ਰਹੀ ਹੈ। ਕੰਮ ਨੂੰ ਡਿਵਾਈਡ ਕਰਤਾ, ਬਸ ਹੋਰ ਕੁਝ ਨਹੀਂ ਕੀਤਾ, ਕੰਮ ਨੂੰ ਡਿਵਾਈਡ ਕਰਤਾ। ਠੀਕ ਹੈ ਜੀ, 2 ਅਸੈਂਬਲੀਆਂ ਬਣਾਤੀਆਂ, ਲੋਅਰ ਹਾਊਸ, ਅਪਰ ਹਾਊਸ। ਲੋਅਰ ਹਾਊਸ ਨੂੰ ਕਹਿੰਦੇ ਸੀ ਲੈਜਿਸਲੇਟਿਵ ਅਸੈਂਬਲੀ ਤੇ ਅਪਰ ਨੂੰ ਕਹਿੰਦੇ ਸੀ ਕਾਉਂਸਲ ਆਫ ਸਟੇਟ। ਲੋਅਰ ਦੇ ਵਿੱਚ 145 ਮੈਂਬਰ ਸੀਗੇ, ਅਪਰ ਦੇ ਵਿੱਚ 60 ਤੇ 3 ਸਾਲ ਦੀ ਟਨਿਓਰ, ਉਹਦੀ 5 ਸਾਲ ਦੀ ਟਨਿਓਰ। ਇਹ ਯਾਦ ਰੱਖਣਾ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਓਕੇ ਆ ਜੀ, ਅੱਗੇ ਚੱਲਦੇ ਆ ਜੀ। ਕਹਿੰਦਾ this act provided for the establishment of the public service commission PPSC। ਜਿਵੇਂ ਤੁਸੀਂ ਅੱਜਕੱਲ ਪੰਜਾਬ ਦਾ ਕੀ ਹੈ? ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਜਿਵੇਂ UPSC ਹੈ, ਤਾਂ ਇਹ ਪਹਿਲੀ ਵਾਰੀ ਕੀ ਹੋਇਆ ਸੀਗਾ? ਸਟੈਬਲਿਸ਼ ਹੋਇਆ ਸੀ ਭਾਈ। ਠੀਕ ਹੈ ਜੀ, 1926 ਦੇ ਵਿੱਚ ਇਸੇ ਐਕਟ ਦੇ ਦੌਰਾਨ ਹੋਇਆ ਪਬਲਿਕ ਸਰਵਿਸ ਕਮਿਸ਼ਨ। ਇੱਥੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਤੁਹਾਡਾ। ਠੀਕ ਹੈ ਜੀ, ਯਾਨੀ ਕਿ ਕੰਮ ਵੱਧ ਗਿਆ। ਹੁਣ ਅਫਸਰ ਲੈਵਲ ਤੇ ਵੀ ਕੀ ਲੈ ਕੇ ਆਉਣ ਲੱਗ ਗਏ? ਅਫਸਰ ਲੈਵਲ ਤੇ ਵੀ ਇੰਡੀਅਨ ਨੂੰ ਲੈ ਕੇ ਆਉਣ ਲੱਗ ਗਏ। ਠੀਕ ਹੈ ਜੀ, ਤਾਂ ਕਲੀਅਰ ਹੈ ਜੀ। ਇਹ ਸੀਗਾ ਜੀ ਤੁਹਾਡਾ ਮੌਂਟੇਗ ਚੈਮਸਫੋਰਡ ਰਿਫਾਰਮ। ਤੇ ਇਸ ਤੋਂ ਬਾਅਦ ਇੱਕ ਮਹੱਤਵਪੂਰਨ ਚੀਜ਼ ਹੋਰ ਹੁੰਦੀ ਹੈ। ਮਹੱਤਵਪੂਰਨ ਚੀਜ਼ ਕੀ ਹੁੰਦੀ ਹੈ ਬੇਟੇ? ਇਟ ਕ੍ਰੀਏਟਡ ਏ ਨਿਊ ਆਫਿਸ ਆਫ ਦਾ ਹਾਈ ਕਮਿਸ਼ਨਰ ਫॉर ਇੰਡੀਆ। ਤਾਂ ਇੱਕ ਹਾਈ ਕਮਿਸ਼ਨਰ ਜਿਹੜਾ ਇੰਡੀਆ ਨੂੰ ਰਿਪਰੈਜ਼ੈਂਟ ਕਰੂਗਾ, ਉਹਦਾ ਆਫਿਸ ਕ੍ਰੀਏਟ ਕਰਤਾ। ਕਿੱਥੇ ਕੀਤਾ? ਲੰਡਨ ਦੇ ਵਿੱਚ ਕਰਤਾ। ਠੀਕ ਹੈ ਜੀ, ਤਾਂ ਉਹਦਾ ਜਿਹੜਾ ਸੈਕਟਰੀ ਆਫ ਸਟੇਟ ਫॉर ਇੰਡੀਆ ਕਿਹਨੂੰ ਬਣਾਇਆ ਗਿਆ? ਸਰ ਸਟੀਵਨਸਨ ਮੀਅਰ। ਠੀਕ ਹੈ ਜੀ, ਇਹ ਵੇਖਦਾ ਜੀ ਸਾਰਾ ਸਿਸਟਮ ਜਾ। ਤਾਂ ਇਹ ਹਾਈ ਕਮਿਸ਼ਨਰ ਦਾ ਇੱਕ ਨਵਾਂ ਦਫ਼ਤਰ ਬਣਾਇਆ ਗਿਆ ਸੀਗਾ। ਠੀਕ ਹੈ ਜੀ, ਤਾਂ ਕਲੀਅਰ ਹੈ ਜੀ। ਓਕੇ, ਤਾਂ ਹਾਈ ਕਮਿਸ਼ਨਰ ਹੋ ਗਿਆ ਤੁਹਾਡਾ। ਤੇ ਆਹ ਚੀਜ਼ ਹੋ ਗਈ ਆਪਣਾ PPSC ਵਾਲੀ, ਪਬਲਿਕ ਸਰਵਿਸ ਕਮਿਸ਼ਨ। ਇਸ ਤੋਂ ਇਲਾਵਾ ਇਹ ਲੈਜਿਸਲੇਟਿਵ ਬਾਈਕੈਮਰਲ ਕਰਤੀ ਹੈ। ਤਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਜਿਹੜੇ ਇੰਡੀਅਨ ਮਿਨਿਸਟਰ ਹੈਗੇ ਉਹਨਾਂ ਨੂੰ ਟ੍ਰਾਂਸਫਰ ਮਤਲਬ ਸ਼ਕਤੀਆਂ ਦੇਤੀਆਂ, ਰਿਜ਼ਰਵ ਆਪਣੇ ਕੋਲ ਰੱਖ ਲੀਆਂ। ਡਰਾਰਕੀ ਸਿਸਟਮ ਇਹ ਲੈ ਕੇ ਆਏ ਸੀ ਡਿਊਅਲ ਗਵਰਨਮੈਂਟ ਵਾਲੀ। ਇਹ ਹੋਇਆ ਜੀ ਮੌਂਟੇਗ ਚੈਮਸਫੋਰਡ ਦੇ ਵਿੱਚ ਹੋਇਆ ਹੈ ਰਿਫਾਰਮ ਦੇ ਵਿੱਚ। ਓਕੇ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਹੀ ਹੈ ਜਿਹੜਾ ਇਹ ਕੰਮ ਕਰ ਰਹੇ ਆ ਨਾ, ਜਿਹੜਾ ਇਹ ਕੰਮ ਕਰ ਰਹੇ ਆ, ਇਹ ਹੁਣ ਕੀ ਕਰਤਾ ਇਹਨਾਂ ਨੇ? ਸਟੇਟ ਤੇ ਸਮਝ ਲਓ ਵੀ ਸੈਂਟਰ ਨੂੰ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਕੰਮ ਵੱਧ ਗਿਆ। ਤਾਂ ਇਹਨਾਂ ਨੇ ਫਿਰ ਫਸਟ ਟਾਈਮ ਕਹਿੰਦੇ ਜੀ ਸੈਪਰੇਟ ਕਰਤਾ। ਜਿਹੜਾ ਬਜਟ ਸੀਗਾ, ਸਾਂਝਾ ਬਜਟ ਸੀਗਾ, ਉਹ ਅਲੱਗ-ਅਲੱਗ ਕਰਤਾ। ਸੈਂਟਰਲ ਲੈਵਲ ਤੇ ਅਲੱਗ ਕਰਤਾ, ਪ੍ਰੋਵਿੰਸ਼ੀਅਲ ਲੈਵਲ ਤੇ ਅਲੱਗ ਕਰਤਾ। ਜਿਵੇਂ ਅੱਜ ਕੱਲ ਹੁੰਦਾ, ਹੁਣ ਪੰਜਾਬ ਦਾ ਬਜਟ ਵੱਖਰਾ ਹੈ, ਸੈਂਟਰਲ ਲੈਵਲ ਦਾ ਵੱਖਰਾ ਹੈ। ਠੀਕ ਹੈ ਜੀ, ਤਾਂ ਸਟੇਟ ਦਾ ਤੇ ਸੈਂਟਰ ਦਾ ਬਜਟ ਕੀ ਕਰਤਾ? ਵੱਖ-ਵੱਖ ਕਰਤਾ। ਇਸ ਤੋਂ ਬਾਅਦ ਜਿਹੜੀ ਇਹ ਕਮਿਊਨਲ ਰਿਪਰੈਜ਼ੈਂਟੇਸ਼ਨ ਕਰਦੇ ਸੀ, ਉਹਦੇ ਵਿੱਚ ਇਹਨਾਂ ਨੇ ਹੋਰ ਬੰਦੇ ਐਡ ਕਰਨੇ ਸ਼ੁਰੂ ਕਰਤੇ। ਸਿੱਖਾਂ ਨੂੰ, ਯੂਰਪੀਅਨ ਨੂੰ ਤੇ ਐਂਗਲੋ ਇੰਡੀਅਨ ਨੂੰ ਕੀ ਕਰਤਾ? ਐਡ ਕਰਨਾ ਸ਼ੁਰੂ ਕਰਤਾ। ਠੀਕ ਹੈ ਜੀ, ਕਲੀਅਰ ਹੈ। ਤਾਂ ਇਹ ਸੀਗਾ ਜੀ ਤੁਹਾਡਾ ਮੌਂਟੇਗ ਚੈਮਸਫੋਰਡ। ਇਹਦੇ ਵਿੱਚ ਕਿਹੜੇ ਕਿਹੜੇ ਮੇਨ ਕੰਮ ਹੋਏ ਆ? ਇੱਕ ਤਾਂ ਇਹਨਾਂ ਨੇ ਦੇਖੋ ਜੀ ਪਬਲਿਕ ਸਰਵਿਸ ਕਮਿਸ਼ਨ ਲੈ ਕੇ ਆਏ ਹੈ, ਡਾਇਰੈਰਕੀ ਸਿਸਟਮ ਲੈ ਕੇ ਆਏ ਹੈ, ਸੈਪਰੇਟ ਬਜਟ ਨੂੰ ਸੈਪਰੇਟ ਕਰਤਾ। ਤੇ ਇਹਨਾਂ ਨੇ ਜਿਹੜਾ ਕਮਿਊਨਲ ਰਿਪਰੈਜ਼ੈਂਟੇਸ਼ਨ ਹੈਗੀ ਆ ਉਹਨੂੰ ਕੀ ਹੈ? ਵਧਾਤਾ, ਉਹਦਾ ਵਿਸਥਾਰ ਕਰਤਾ। ਤਾਂ ਇਹ ਬਹੁਤ ਹੀ ਮਹੱਤਵਪੂਰਨ ਹੈ। ਦੋਨੇ ਐਕਟ ਮਿੰਟੂ ਮੋਰਲੇ ਤੇ ਚੈਮਸਫੋਰਡ ਵਾਲਾ ਪੜ੍ਹ ਲਿਓ। ਦੋਵਾਂ 'ਚ ਡਿਫਰੈਂਸ ਵੀ ਮੈਂ ਦੱਸਦਾ ਕੀ ਸੀਗਾ। ਠੀਕ ਹੈ ਜੀ, ਤਾਂ ਅੱਗੇ ਚੱਲਦੇ ਆ ਜੀ। ਹੁਣ ਹੁੰਦਾ ਕੀ ਹੈ? ਇਹ ਸਾਈਮਨ ਕਮਿਸ਼ਨ। ਹੁਣ ਤੁਸੀਂ ਕਹੋਗੇ ਸਰ ਜੀ ਵੀ ਐਕਟ ਪੜ੍ਹਦੇ ਪੜ੍ਹਦੇ ਆਪਾਂ ਸਾਈਮਨ ਕਮਿਸ਼ਨ ਕਿਉਂ ਪੜ੍ਹ ਰਹੇ ਹਾਂ? ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਹਿਸਟੋਰੀਕਲ ਬੈਕਗ੍ਰਾਉਂਡ ਕਰਵਾ ਰਿਹਾ ਆਪਣੇ ਸੰਵਿਧਾਨ ਵਾਸਤੇ। ਤਾਂ ਜਿਹੜਾ ਹੁਣ 10 ਸਾਲ ਬਾਅਦ ਨਾ, ਜਦੋਂ ਆਹ ਐਕਟ ਆਇਆ ਸੀਗਾ 1919 ਵਾਲਾ, 10 ਸਾਲ ਬਾਅਦ ਆਉਣਾ ਸੀਗਾ। ਇੱਕ ਕਮਿਸ਼ਨ ਨੇ ਇਹਦਾ ਰਿਵਿਊ ਕਰਨ ਵੀ ਜੋ ਅਸੀਂ ਚੇਂਜਸ ਕੀਤੀਆਂ ਵੀ ਲੋਕ ਖੁਸ਼ ਹੋਏ ਹੈ ਕਿ ਨਹੀਂ ਹੋਏ, ਹਜੇ ਵੀ ਅੰਦਰੋਂ ਭੜਕੇ ਪਏ ਹੈ। ਪਰ ਇਹ ਆਉਣਾ 10 ਸਾਲ ਬਾਅਦ ਸੀ, ਇਹ 2 ਸਾਲ ਪਹਿਲਾਂ ਹੀ ਆ ਜਾਂਦਾ ਹੈ। ਇਹ ਆਉਣਾ 1930 ਚ ਸੀਗਾ, 2 ਸਾਲ ਪਹਿਲਾਂ ਹੀ ਆ ਜਾਂਦਾ, 27 ਦੇ ਵਿੱਚ ਆ ਜਾਂਦਾ ਹੈ। ਤਾਂ 27 ਦੇ ਵਿੱਚ ਆ ਜਾਂਦਾ, ਤੁਹਾਨੂੰ ਪਤਾ ਹੀ ਹੈ। ਇੱਥੇ ਤੁਹਾਨੂੰ ਯਾਦ ਆ ਗਏ ਹੋਣਗੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ, ਕਿਉਂਕਿ ਉਹਨਾਂ ਦੀ ਮੌਤ ਹੋ ਗਈ ਸੀ ਜਦੋਂ ਉਹ ਨਾਅਰੇ ਮਾਰੇ ਸੀ ਸਾਈਮਨ ਗੋ ਬੈਕ। ਕਿਉਂਕਿ ਜਿਹੜਾ ਇਹ ਕਮਿਸ਼ਨ ਆਇਆ ਸੀ, ਇਹਦਾ ਚੇਅਰਮੈਨ ਕੌਣ ਸੀਗਾ? ਸਰ ਜੌਨ ਸਾਈਮਨ ਸੀਗਾ। ਠੀਕ ਹੈ ਜੀ, ਇਹ ਕੰਡੀਸ਼ਨ ਹਾਲਾਤ ਦੇਖਣ ਆਇਆ ਸੀ। ਇਹਨੇ ਰਿਪੋਰਟ ਸਬਮਿਟ ਕਰਨੀ ਸੀ ਵੀ ਹੁਣ ਇੰਡੀਆ ਵਿੱਚ ਹਾਲਾਤ ਕਿੱਦਾਂ ਦੇ ਹੈਗੇ ਆ। ਤਾਂ ਪਰ ਹਾਲਾਤ ਤਾਂ ਉਸ ਟਾਈਮ ਤੇ ਮਾੜੇ ਹੀ ਸੀਗੇ, ਕਿਉਂਕਿ 1919 ਵਾਲੀ ਘਟਨਾ ਹੋਈ ਵੀ ਸੀ, ਜਲਿਆਂਵਾਲੇ ਬਾਗ ਵਾਲੀ। ਤਾਂ ਕਹਿਣ ਦਾ ਮਤਲਬ ਜਿਹੜਾ ਇਹ ਕਮਿਸ਼ਨ ਸੀਗਾ, ਫਿਰ ਇਹਨੇ ਜਾ ਕੇ ਉੱਥੇ ਇੱਕ ਰਿਪੋਰਟ ਸਬਮਿਟ ਕੀਤੀ। ਕਹਿੰਦੇ ਜਿਹੜਾ ਡਰਾਰਕੀ ਸਿਸਟਮ ਤੁਸੀਂ ਕੀਤਾ ਨਾ, ਇਹਨੂੰ ਅਬੋਲਿਸ਼ ਕਰ ਦਿਓ। ਇਸ ਤੋਂ ਇਲਾਵਾ ਕਹਿੰਦਾ ਜੀ ਰਿਸਪੌਂਸੀਬਲ ਗਵਰਨਮੈਂਟ ਦਿਓ ਤੁਸੀਂ, ਕਿੱਥੇ? ਸਟੇਟ ਲੈਵਲ ਤੇ। ਤਾਂ ਕਹਿਣ ਦਾ ਮਤਲਬ ਹੋਰ ਵੀ ਬਥੇਰੀਆਂ ਗੱਲਾਂ ਸੀਗੀਆਂ। ਤਾਂ ਇਹਨਾਂ ਨੇ ਫਿਰ ਕੀ ਕੀਤਾ ਸੀ? 3 ਰਾਉਂਡ ਟੇਬਲ ਮੀਟਿੰਗਾਂ ਕੀਤੀਆਂ ਸੀਗੀਆਂ।
ਤੇ ਇੱਕ ਵਾਈਟ ਪੇਪਰ ਤਿਆਰ ਕੀਤਾ ਸੀਗਾ, ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਮਤਲਬ ਭਾਰਤੀ ਬੰਦੇ ਜਿਵੇਂ ਰਾਜੇ ਰੂਜੇ ਬੁਲਾਏ ਗਏ ਵੀ ਹਾਂ ਤੁਸੀਂ ਕੀ ਚਾਹੁੰਦੇ ਆ ਹੁਣ ਦੱਸੋ ਜੀ, ਮਤਲਬ ਗੱਲਾਂ ਬਾਤਾਂ ਮਿੱਠੀਆਂ ਗੋਲੀਆਂ। ਤਾਂ ਇੱਕ ਵਾਈਟ ਪੇਪਰ ਤਿਆਰ ਕਰਕੇ ਲੈ ਗਏ ਸੀ ਵੀ ਅਸੀਂ ਅਗਲੀ ਵਾਰ ਜਦੋਂ ਆਵਾਂਗੇ ਆਹ ਚੀਜ਼ਾਂ ਕੀ ਕਰ ਦਾਂਗੇ, ਇੰਪਲੀਮੈਂਟ ਕਰ ਦਾਂਗੇ। ਤਾਂ ਇਹੀ ਚੀਜ਼ਾਂ ਫਿਰ ਅੱਗੇ ਜਾ ਕੇ 1935 ਦੇ ਐਕਟ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਹੋਰ ਲੰਮੇ ਸਮੇਂ ਤੱਕ ਰਾਜ ਕਰ ਸਕੀਏ। ਤਾਂ ਫਿਰ ਆ ਜਾਂਦਾ ਜੀ ਤੁਹਾਡਾ ਲਾਸਟ ਸਮਝ ਲਓ, ਇਸ ਤੋਂ ਬਾਅਦ 1947 ਵਾਲਾ ਆਊਗਾ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਜਾਂਦਾ ਹੈ, ਗਵਰਨਮੈਂਟ ਐਕਟ 1935 ਆ ਜਾਂਦਾ ਜੀ। ਹੁਣ ਇਹਦੇ ਵਿੱਚ ਹੁੰਦਾ ਕੀ ਹੈ ਬੇਟੇ, ਕਹਿੰਦਾ ਜੀ ਹੁਣ ਇਹ ਕਹਿੰਦਾ ਇਟ ਪ੍ਰੋਵਾਈਡਡ ਫॉर ਦਾ ਐਸਟੈਬਲਿਸ਼ਮੈਂਟ ਆਫ ਆਲ ਇੰਡੀਅਨ ਫੈਡਰੇਸ਼ਨ ਕੰਸਿਸਟਿੰਗ ਆਫ ਦਾ ਪ੍ਰੋਵਿਜ਼ਨਲ ਐਂਡ ਪ੍ਰਿੰਸਲੀ ਸਟੇਟ ਐਜ਼ ਅ ਯੂਨਿਟ। ਹੁਣ ਕਹਿੰਦਾ ਵੀ ਜਿਹੜੇ ਰਾਜੇ ਰੂਜੇ ਹੈਗੇ ਆ ਤੇ ਜਿਹੜੀਆਂ ਆਪਣੀਆਂ ਪ੍ਰੋਵਿੰਸੀ ਸਟੇਟਸ ਹੈਗੀਆਂ ਨੇ ਇਹਨਾਂ ਨੂੰ ਆਪਾਂ ਇਕੱਠਾ ਕਰਕੇ ਕੰਮ ਕਰਾਂਗੇ, ਇਕੱਠੇ ਮਿਲਾ ਕੇ ਕੰਮ ਕਰਾਂਗੇ ਵੀ ਹੁਣ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰਿਆ ਕਰਾਂਗੇ। ਤਾਂ ਇਸੇ ਕਰਕੇ ਦੇਖੋ ਇਹਨਾਂ ਨੇ ਕੀ ਕੀਤਾ, ਹੁਣ ਦੇਖੋ ਹੁਣ ਜਿਹੜਾ ਸਿਸਟਮ ਅੱਜ ਕੱਲ ਚੱਲ ਰਿਹਾ, ਇਹਨੇ ਕੀ ਕੀਤਾ, ਡਰਾਇਰਕੀ ਨੂੰ ਖਤਮ ਕਰਤਾ, ਅਬੋਲਿਸ਼ ਕਰਤਾ ਡਿਊਅਲ ਗਵਰਨਮੈਂਟ ਨੂੰ। ਤਾਂ ਇਹਨੇ ਕੀ ਕਰਤਾ, ਪਾਵਰਾਂ ਦੀ ਵੰਡ ਕਰਤੀ। ਇਹ ਕਹਿੰਦਾ ਜੀ ਹੁਣ ਆਪਾਂ ਪਾਵਰਾਂ ਦੀ ਵੰਡ ਕਰਾਂਗੇ। ਕਿਵੇਂ ਪਾਵਰਾਂ ਦੀ ਵੰਡ ਕਰਾਂਗੇ, ਕਹਿੰਦਾ ਜੀ ਆਪਾਂ ਜਿਹੜੀ ਅੱਜ ਕੱਲ ਤੁਸੀਂ ਕਹਿ ਦਿੰਦੇ ਆ ਸੈਂਟਰਲ ਲਿਸਟ ਹੈ, ਸਟੇਟ ਲਿਸਟ ਹੈ, ਕੌਨਕਰੈਂਟ ਲਿਸਟ ਹੈ, ਉਸ ਟਾਈਮ ਤੇ ਇਹਨੂੰ ਕਹਿੰਦੇ ਸੀਗੇ ਫੈਡਰਲ ਲਿਸਟ, ਜਿਹਦੇ ਵਿੱਚ 59 ਆਈਟਮਾਂ ਪਾਈਆਂ ਗਈਆਂ। ਪ੍ਰੋਵਿੰਸ਼ਲ ਲੈਵਲ ਤੇ ਕਿੰਨੀਆਂ, 54, ਤੇ ਕੌਨਕਰੈਂਟ ਦੇ ਵਿੱਚ ਜਿਹੜੇ ਸਾਂਝੀਆਂ ਹੁੰਦੀਆਂ ਜਿੱਥੇ ਸਾਂਝੇ ਫੈਸਲੇ ਹੁੰਦੇ ਆ ਉਹ 36। ਤਾਂ ਅੱਜ ਕੱਲ ਵੀ ਇਹੀ ਚੱਲ ਰਿਹਾ ਤੇ ਜਿਹੜੀਆਂ ਬਚਦੀਆਂ ਸ਼ਕਤੀਆਂ ਉਹ ਸਾਰੀਆਂ ਕਿਹਨੂੰ ਮਿਲ ਗਈਆਂ, ਵਾਇਸਰਾਏ ਨੂੰ ਮਿਲ ਗਈਆਂ। ਤਾਂ ਕਹਿਣ ਦਾ ਮਤਲਬ ਅੱਗੇ ਸਾਰਾ ਕੁਝ ਹੀ ਵਾਇਸਰਾਏ ਕੋਲੇ ਹੁੰਦਾ ਸੀਗਾ, ਪਤੰਦਰ ਕੱਲਾ ਹੀ ਖਿੱਚੀ ਫਿਰਦਾ ਸੀ, ਕਹਿੰਦਾ ਮੈਂ ਹੀ ਆ ਸਭ ਕੁਝ, ਤੁਸੀਂ ਤਾਂ ਲੰਡੂ ਬੰਦੇ ਹੋ। ਤਾਂ ਇੱਥੇ ਇਹਨਾਂ ਨੇ ਇਹ ਚੀਜ਼ ਨੂੰ ਕੀ ਕਰਤਾ, ਖਤਮ ਕਰਤਾ ਵੀ ਵਾਇਸਰਾਏ ਹਰੇਕ ਫੈਸਲਾ ਨਹੀਂ ਲੈ ਸਕਦਾ। ਹੁਣ ਪਾਵਰਾਂ ਆਪਾਂ ਕੀ ਕਰਾਂਗੇ, ਡਿਵਾਈਡ ਕਰਾਂਗੇ, ਸੈਂਟਰ ਲੈਵਲ ਤੇ, ਪ੍ਰੋਵਿੰਸ਼ਲ ਲੈਵਲ ਤੇ ਕੁਝ ਕੌਨਕਰੈਂਟ ਲਿਸਟ ਦੇ ਵਿੱਚ ਰੱਖਤੀਆਂ। ਤਾਂ ਕਹਿਣ ਦਾ ਮਤਲਬ ਥੋੜਾ ਵਿਸ਼ਵਾਸ ਦੇ ਵਿੱਚ ਲੈਣਾ ਸ਼ੁਰੂ ਕਰਤਾ ਇੰਡੀਅਨ ਨੂੰ, ਜਿਹੜੇ ਉਹਨਾਂ ਦੇ ਮੈਂਬਰ ਸੀ ਕਾਉਂਸਲ ਦੇ। ਤਾਂ ਕਹਿਣ ਦਾ ਭਾਵ ਕੀ ਹੈਗਾ, ਇੱਥੇ ਹੁਣ ਵਾਇਸਰਾਏ ਥੋੜਾ ਵੀਕ ਹੁੰਦਾ ਜਾ ਰਿਹਾ ਹੈ। ਤਾਂ ਵੀਕ ਹੁੰਦਾ ਜਾ ਰਿਹਾ ਤਾਂ ਅੱਗੇ ਜਾ ਕੇ ਕੀ ਹੋ ਜਾਊਗਾ, ਡੈਡ। ਠੀਕ ਹੈ ਜੀ, ਚਲੋ ਜੀ। ਤਾਂ ਇਹ ਕਹਿੰਦਾ ਜੀ ਇਹਨਾਂ ਨੇ ਅਬੋਲਿਸ਼ ਕਰਤਾ ਜਿਹੜਾ ਡਾਇਰਕੀ ਲੈ ਕੇ ਆਏ ਸੀਗੇ। ਤਾਂ ਕਹਿੰਦਾ ਜੀ ਇਹਨਾਂ ਨੇ ਕੀ ਕਰਤਾ, ਅਬੋਲਿਸ਼ ਕਰਤਾ ਐਂਡ ਇੰਟਰੋਡਿਊਸ, ਕਹਿੰਦਾ ਜੀ ਪ੍ਰੋਵਿੰਸ਼ਲੀ ਆਟੋਨਮੀ ਬਟ ਪ੍ਰੋਵਾਈਡਡ ਅਡਾਪਸ਼ਨ ਆਫ ਦਾ ਡਾਇਰਕੀ ਐਟ ਦਾ ਸੈਂਟਰ। ਕੁੱਤੇ ਬੜੇ ਸੀ, ਤੁਹਾਨੂੰ ਮੈਂ ਕਿਹਾ ਬਾਹਲੇ ਕੁੱਤੇ ਸੀਗੇ। ਉਧਰੋਂ ਤਾਂ ਖਤਮ ਕਰਕੇ ਪ੍ਰੋਵਿੰਸ਼ਲ ਲੈਵਲ ਤੇ, ਸੈਂਟਰ ਦੇ ਵਿੱਚ ਫੇਰ ਡਾਇਰਕੀ ਲੈ ਕੇ ਆ ਗਏ। ਸੈਂਟਰ ਦੇ ਵਿੱਚ ਡਾਇਰਕੀ ਕਿਵੇਂ ਲੈ ਕੇ ਆ ਗਏ ਤੁਹਾਨੂੰ ਮੈਂ ਦੱਸਦਾ। ਸੈਂਟਰ ਦੇ ਵਿੱਚ ਫੇਰ ਲੈ ਕੇ ਆ ਗਏ ਡਾਇਰਕੀ, ਠੀਕ ਹੈ ਜੀ। ਸੈਂਟਰ ਦੇ ਵਿੱਚ ਕੀ ਕੀਤਾ ਇਹਨਾਂ ਨੇ, ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਆਪਦੇ ਕੋਲ ਰੱਖ ਲਈਆਂ, ਫੇਰ ਰਿਜ਼ਰਵ ਰੱਖ ਲਈਆਂ ਤੇ ਥੋੜੀਆਂ ਬਹੁਤੀਆਂ ਟ੍ਰਾਂਸਫਰ ਕਰਤੀਆਂ, ਥੋੜੀਆਂ ਬਹੁਤੀਆਂ ਹੀ ਭੇਜੀਆਂ, ਛੋਟੇ ਮੋਟੇ ਕੰਮ। ਤਾਂ ਕਹਿਣ ਦਾ ਮਤਲਬ ਉੱਥੋਂ ਖਤਮ ਕਰਕੇ ਫਿਰ ਸੈਂਟਰ ਦੇ ਵਿੱਚ ਲੈ ਕੇ ਆ ਗਏ। ਤਾਂ ਉੱਥੇ ਹੁਣ ਪਿਛਲੇ ਜਿਹੜਾ ਐਕਟ ਸੀਗਾ ਉੱਥੇ ਸਟੇਟ ਲੈਵਲ ਤੇ ਆਇਆ ਸੀ, ਇੱਥੇ ਡਾਇਰਕੀ ਕਿੱਥੇ ਆਇਆ, ਸੈਂਟਰ ਲੈਵਲ ਤੇ। ਇੱਥੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਵੀ ਸਟੇਟ ਲੈਵਲ ਤੇ ਕਿੱਥੇ ਆਇਆ ਤੇ ਸੈਂਟਰ ਲੈਵਲ ਤੇ ਕਿੱਥੇ ਆਇਆ, ਠੀਕ ਹੈ। ਤਾਂ ਦਿਮਾਗ ਵਾਲਾ ਚੱਲ ਗਿਆ। ਚਲੋ ਜੀ, ਹੁਣ ਅੱਗੇ ਕੀ ਕੀਤਾ ਇਹਨਾਂ ਨੇ ਜੀ, ਜਿਹੜਾ ਉਹਨਾਂ ਨੇ ਜਾਤ ਪਾਤ ਦੇ ਆਧਾਰ ਤੇ ਜਿਹੜਾ ਕੰਮ ਕਰਦੇ ਸੀਗੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ, ਜਿਹੜੇ ਕਮਿਊਨਲ ਰਿਪਰੈਜ਼ੈਂਟੇਸ਼ਨ ਸੀਗੀ ਉਹਦੇ ਵਿੱਚ ਕੀ ਕਰਤਾ ਇਹਨਾਂ ਨੇ, ਤੁਹਾਨੂੰ ਦੱਸਿਆ ਪਿੱਛੇ ਸਿੱਖਾਂ ਨੂੰ ਐਡ ਕੀਤਾ ਸੀ, ਯੂਰਪੀਅਨ ਨੂੰ ਐਡ ਕੀਤਾ ਸੀਗਾ। ਹੁਣ ਇਹਨਾਂ ਨੇ ਕੀ ਕਰਤਾ, ਜਿਹੜੀਆਂ ਡਿਪਰੈਸਡ ਕਲਾਸਿਸ ਹੈਗੀਆਂ ਨੇ, ਜਿਹੜੇ ਦਬਲੇ ਕੁਚਲੇ ਲੋਕ ਨੇ, ਛੋਟੇ ਵਰਗ ਦੇ ਲੋਕ ਨੇ, ਜਨਾਨੀਆਂ, ਕਿਉਂਕਿ ਜਨਾਨੀਆਂ ਉਸ ਟਾਈਮ ਤੇ ਬਾਹਰ ਨਹੀਂ ਨਿਕਲ ਸਕਦੀਆਂ ਸੀਗੀਆਂ, ਜੌਬ ਨਹੀਂ ਕਰ ਸਕਦੀਆਂ ਸੀਗੀਆਂ, ਉਹਨਾਂ ਨੂੰ ਤੇ ਲੇਬਰ ਵਾਲੇ ਬੰਦਿਆਂ ਨੂੰ ਕੀ ਕਰਨਾ, ਐਡ ਕਰਨਾ ਸ਼ੁਰੂ ਕਰਤਾ। ਉਹਨਾਂ ਨੂੰ ਵਿਸ਼ਵਾਸ 'ਚ ਲੈ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਹੁਣ ਪੰਗਾ ਪਊਗਾ। ਤਾਂ ਪਰ ਦੇਖੋ ਪੰਗਾ ਪੈ ਹੀ ਗਿਆ, ਫਿਰ ਚਾਹੇ ਜਿੰਨਾ ਮਰਜ਼ੀ ਚੰਗਾ ਕੰਮ ਕਰੀ ਗਏ, ਕਿਉਂਕਿ ਹੁਣ ਤਾਂ ਲੋਕ ਬਾਹਲੇ ਸਿਆਣੇ ਹੋ ਗਏ ਸੀਗੇ। ਤਾਂ ਇਸ ਤੋਂ ਬਾਅਦ ਜਦੋਂ ਇਹਨਾਂ ਕੋਲ ਪੈਸਾ ਵੀ ਕਾਫੀ ਆਉਣ ਲੱਗ ਗਿਆ ਤੇ ਇਹਨਾਂ ਨੇ ਫਿਰ ਕੀ ਕੀਤਾ ਜੀ, ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ 1934 ਐਕਟ ਆਇਆ ਸੀਗਾ, ਤਾਂ 1 ਅਪ੍ਰੈਲ 1935 ਨੂੰ ਐਸਟੈਬਲਿਸ਼ ਕੀਤਾ ਸੀਗਾ ਜੀ। ਇਸੇ ਐਕਟ ਦੇ ਅੰਡਰ ਆਰਬੀਆਈ ਜਿਹੜਾ ਅੱਜ ਕੱਲ ਵੀ ਚੱਲ ਰਿਹਾ, ਜਿਹੜਾ ਕੰਟਰੋਲ ਕਰਦਾ ਸਾਰੀ ਕਰੰਸੀ ਜਾਂ ਕ੍ਰੈਡਿਟ ਜਿਹੜਾ ਆਪਣੀ ਕੰਟਰੀ ਦਾ, ਤਾਂ ਅੱਜ ਵੀ ਚੱਲ ਰਿਹਾ ਭਾਈ, ਅੰਗਰੇਜ਼ਾਂ ਦੀ ਦੇਣ ਹੈ। ਤਾਂ ਰਿਜ਼ਰਵ ਬੈਂਕ ਆਫ ਇੰਡੀਆ ਵੀ ਕਦੋਂ ਆਇਆ ਸੀਗਾ, ਇਸੇ ਐਕਟ ਦੇ ਵਿੱਚ ਆਇਆ ਸੀਗਾ, ਠੀਕ ਹੈ ਜੀ। ਤਾਂ ਹੁਣ ਲਾਸਟ ਐਕਟ ਆਪਣਾ ਇੰਡੀਅਨ ਇੰਡੀਪੈਂਡੈਂਸ ਐਕਟ, ਨਾਮ ਤੋਂ ਹੀ ਕਲੀਅਰ ਹੈ 1947। ਹੁਣ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ, ਕਹਿੰਦਾ ਜੀ ਇਹਨਾਂ ਨੇ ਅਬੋਲਿਸ਼ ਕਰਤਾ ਜੀ ਦਾ ਆਫਿਸ ਸੈਕਟਰੀ ਆਫ ਸਟੇਟ ਦਾ। ਤੁਹਾਨੂੰ ਦੱਸਿਆ ਵੀ ਜਿਹੜਾ ਕਰਾਊਨ ਰੂਲ ਆਇਆ ਸੀ, ਸੈਕਟਰੀ ਆਫ ਸਟੇਟ ਵਾਲਾ ਆਫਿਸ ਚੱਲਦਾ ਆ ਰਿਹਾ ਸੀਗਾ, ਤੇ ਸਾਰੀਆਂ ਜਿਹੜੀਆਂ ਪਾਵਰਾਂ ਹੈਗੀਆਂ ਟ੍ਰਾਂਸਫਰ ਕਰਤੀਆਂ ਕਿਹਨਾਂ ਨੂੰ, ਇੰਡੀਅਨ ਨੂੰ, ਠੀਕ ਹੈ ਜੀ। ਤਾਂ ਅਬੋਲਿਸ਼ ਕਰਤਾ ਸੈਕਟਰੀ ਆਫ ਸਟੇਟ। ਇਸ ਤੋਂ ਬਾਅਦ ਕਹਿੰਦੇ ਜੀ ਇਟ ਐਂਡਡ ਦਾ ਬ੍ਰਿਟਿਸ਼ ਰੂਲ ਇਨ ਇੰਡੀਆ ਐਂਡ ਡਿਕਲੇਅਰ ਇੰਡੀਆ ਐਜ਼ ਏ ਇੰਡੀਪੈਂਡੈਂਟ ਐਂਡ ਸੋਵਰਨ ਸਟੇਟ ਫਰੋਮ ਅਗਸਤ 15 1947। ਤਾਂ ਇਹਨਾਂ ਨੇ ਫਿਰ ਵਾਇਸਰਾਏ ਨੂੰ ਭਜਾਤਾ, ਪਰ ਵਾਇਸਰਾਏ ਨੂੰ ਭਜਾਇਆ ਨਹੀਂ, ਕਹਿਣ ਦਾ ਮਤਲਬ ਵਾਇਸਰਾਏ ਨੂੰ ਦੀ ਪੋਸਟ ਡਿਲੀਟ ਕਰਤੀ। ਕਿਉਂ ਕੀਤੀ, ਕਹਿੰਦੇ ਹੁਣ ਸਾਡਾ ਰਾਜ ਆਊਗਾ ਇੰਡੀਆ ਵਾਲੇ, ਕਹਿੰਦੇ ਹੁਣ ਤਾਂ ਅਸੀਂ ਨਹੀਂ ਰੱਖਣਾ ਵਾਇਸਰਾਏ, ਭਜਾ ਦਿਓ ਵਾਇਸਰਾਏ ਨੂੰ, ਕਹਿੰਦੇ। ਤਾਂ ਇੱਥੇ ਇਹਨਾਂ ਨੇ ਦੁਬਾਰਾ ਫਿਰ ਕੀ ਬਣਾਤਾ ਜੀ, ਗਵਰਨਰ ਜਨਰਲ ਬਣਾਤਾ। ਗਵਰਨਰ ਜਨਰਲ ਕਿਉਂ ਬਣਾਇਆ, ਉਹਦਾ ਵੀ ਕਾਰਨ ਦੱਸ ਦਿੰਦਾ, ਕਿਉਂਕਿ ਇੰਡੀਅਨ ਨਵੇਂ ਸੀਗੇ, ਇੰਨਾ ਤਕੜਾ ਸਿਸਟਮ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ, ਇੱਕ ਬੰਦਾ ਤਾਂ ਰੱਖਣਾ ਹੀ ਸੀਗਾ। ਤਾਂ ਇੱਕ ਬੰਦਾ ਰੱਖ ਲਿਆ ਇਹਨਾਂ ਨੇ ਗਵਰਨਰ ਜਨਰਲ। ਕੌਣ ਜੀ, ਉਹ ਮੈਂ ਦੱਸਦਾ ਅੱਗੇ ਜਾ ਕੇ, ਲਾਰਡ ਮਾਊਂਟਬੈਟਨ, ਠੀਕ ਹੈ। ਕਿਉਂ ਰੱਖਿਆ ਉਹਦਾ ਵੀ ਦੱਸ ਦਿੰਦਾ। ਤਾਂ ਕਹਿੰਦਾ ਜੀ ਜਿਹੜਾ ਇਹ ਐਕਟ ਆਇਆ ਇਹ ਗਰੰਟੀ ਦੇ ਰਿਹਾ ਸੀਗਾ ਕਿਹਨੂੰ,
ਫਰੀडम ਦੀ ਗਰੰਟੀ ਦੇ ਰਿਹਾ ਸੀਗਾ, ਕਿਹਨੂੰ ਦੇ ਰਿਹਾ ਸੀਗਾ, ਕਹਿੰਦਾ ਡੋਮੀਨੀਅਨ ਆਫ ਇੰਡੀਆ, ਡੋਮੀਨੀਅਨ ਆਫ ਪਾਕਿਸਤਾਨ ਔਰ ਰਿਮੇਨ ਇੰਡੀਪੈਂਡੈਂਟ। ਤਾਂ ਲੋਕਾਂ ਨੂੰ ਕਹਿਤਾ ਵੀ ਜਿਹਨੇ ਪਾਕਿਸਤਾਨ ਜਾਣਾ ਪਾਕਿਸਤਾਨ ਚਲੇ ਜਾਓ, ਜਿਹਨੇ ਇੰਡੀਆ ਰਹਿਣਾ ਇੰਡੀਆ ਰਹਿ ਪਓ, ਜਿਹਨੇ ਇੰਡੀਪੈਂਡੈਂਟ ਰਹਿਣਾ ਇੰਡੀਪੈਂਡੈਂਟ ਰਹਿ ਪਓ। ਕਹਿਣ ਦਾ ਮਤਲਬ ਜਾਂਦੇ ਜਾਂਦੇ ਫਿਰ ਇੱਕ ਸੁਰਲੀ ਛੱਡ ਗਏ ਵੀ ਡਿਵਾਈਡ ਐਂਡ ਪਾੜੋ ਤੇ ਰਾਜ ਕਰੋ। ਠੀਕ ਹੈ ਜੀ, ਡਿਵਾਈਡ ਕਰ ਦੋ ਤੇ ਕੱਲ ਨੂੰ ਲੜ ਲੜ ਕੇ ਮਰੀ ਜਾਣਗੇ, ਸਾਡੇ ਵੱਲ ਧਿਆਨ ਨਹੀਂ ਦੇਣਗੇ, ਨਹੀਂ ਤਾਂ ਕੱਲ ਨੂੰ ਹੋ ਸਕਦਾ ਬਦਲਾ ਲੈਣ ਆ ਜਾਣ ਯੂਕੇ ਦੇ ਵਿੱਚ। ਠੀਕ ਹੈ ਜੀ, ਤਾਂ ਇਸੇ ਕਰਕੇ ਇਹਨਾਂ ਨੇ ਕੀ ਕੀਤਾ ਜੀ, ਦੋ ਬਣਾਤੇ ਪ੍ਰਾਂਤ, ਇੰਡੀਆ ਤੇ ਪਾਕਿਸਤਾਨ। ਜਿਹੜੇ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਉਹ ਇੰਡੀਪੈਂਡੈਂਟ ਰਹਿ ਪਣ। ਠੀਕ ਹੈ ਜੀ, ਤਾਂ ਅੱਗੇ ਹੁਣ ਕਹਿੰਦਾ ਜੀ ਐਟ ਦਾ ਮਿਡਨਾਈਟ ਆਫ 14-15 ਅਗਸਤ, 14 ਨੂੰ ਪਾਕਿਸਤਾਨ ਤੇ 15 ਨੂੰ ਇੰਡੀਆ। ਤਾਂ ਕਹਿੰਦਾ ਜੀ ਬ੍ਰਿਟਿਸ਼ ਰੂਲ ਕੇਮ ਟੂ ਐਨ ਐਂਡ, ਪਾਵਰ ਵਾਜ਼ ਟ੍ਰਾਂਸਫਰ ਟੂ ਨਿਊ ਇੰਡੀਪੈਂਡੈਂਟ ਡੋਮੀਨੀਅਨ ਇੰਡੀਆ ਐਂਡ ਪਾਕਿਸਤਾਨ ਨੂੰ ਪਾਵਰ ਦੇ ਦਿੱਤੀ ਗਈ ਹੈ। ਤਾਂ ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਤੇ ਜਿਹੜਾ ਗਵਰਨਰ ਜਨਰਲ ਸੀਗਾ ਜੀ ਲਾਰਡ ਮਾਊਂਟ ਬੈਟਨ, ਉਹਨੂੰ ਪਹਿਲਾ ਗਵਰਨਰ ਜਨਰਲ ਬਣਾਇਆ ਗਿਆ। ਕਿਉਂ ਬਣਾਇਆ ਗਿਆ? ਕਿਉਂਕਿ ਉਹਨੇ ਸਹੁੰ ਸੂਝ ਚੁਕਾਉਣੀ ਹੈ। ਤਾਂ ਕਹਿਣ ਦਾ ਮਤਲਬ ਇਸ ਤੋਂ ਬਾਅਦ ਕੌਣ ਬਣਦਾ ਜਾਂ ਕੁਐਸਚਨ ਆਉਂਦਾ ਹੁੰਦਾ ਪਹਿਲਾ ਗਵਰਨਰ ਜਨਰਲ ਆਫਟਰ ਇੰਡੀਪੈਂਡੈਂਸ ਕੌਣ ਸੀਗਾ? ਰਾਜਾ ਗੋਪਾਲਾਚਾਰਿਆ। ਠੀਕ ਹੈ ਜੀ, ਰਾਜਾ ਗੋਪਾਲਾਚਾਰਿਆ। ਤੇ ਉਸ ਤੋਂ ਪਹਿਲਾਂ ਕੌਣ ਸੀਗਾ? ਲਾਸਟ, ਐਂ ਕਹਿ ਸਕਦੇ ਹਾਂ ਲਾਸਟ ਵਾਇਸਰॉय, ਐਂ ਕਹਿ ਲਓ ਲਾਸਟ ਵਾਇਸਰॉय ਕੌਣ ਸੀਗਾ? ਲਾਰਡ ਮਾਊਂਟ ਬੈਟਨ। ਠੀਕ ਹੈ ਜੀ, ਤਾਂ ਫਸਟ ਗਵਰਨਰ ਜਨਰਲ ਵੀ ਇਹੀ ਸੀਗਾ। ਪਰ ਆਫਟਰ ਇੰਡੀਪੈਂਡੈਂਸ ਜਦੋਂ ਆਜ਼ਾਦੀ ਮਿਲ ਗਈ ਉਦੋਂ ਕੌਣ ਸੀਗਾ? ਰਾਜਾ ਗੋਪਾਲਾਚਾਰਿਆ ਸੀਗਾ। ਤਾਂ ਸਾਰਾ ਕੁਝ ਸਮਝ ਆ ਗਿਆ ਹੋਊਗਾ ਤੁਹਾਨੂੰ। ਗਵਰਨਰ ਜਨਰਲ ਆਫ ਬੰਗਾਲ, ਗਵਰਨਰ ਜਨਰਲ ਆਫ ਇੰਡੀਆ, ਵਾਇਸਰॉय, ਲਾਸਟ ਵਾਇਸਰॉय ਤੇ ਆਫਟਰ ਇੰਡੀਪੈਂਡੈਂਸ ਗਵਰਨਰ ਜਨਰਲ ਆਫ ਇੰਡੀਆ ਰਾਜਾ ਗੋਪਾਲਾਚਾਰਿਆ। ਠੀਕ ਹੈ ਜੀ, ਤਾਂ ਇੱਥੇ ਕਹਿੰਦੇ ਜੀ ਇਹਨੇ ਸਹੁੰ ਚੁਕਾਤੀ ਕਿਹਨੂੰ? ਪੰਡਿਤ ਜਵਾਹਰ ਲਾਲ ਨਹਿਰੂ ਚਾਚੇ ਨੂੰ ਪਹਿਲਾ ਪ੍ਰਧਾਨ ਮੰਤਰੀ ਬਣਾਇਆ ਗਿਆ ਇੰਡੀਪੈਂਡੈਂਟ ਇੰਡੀਆ ਦਾ। ਠੀਕ ਹੈ ਜੀ, ਤਾਂ ਫਿਰ ਇੱਕ ਅਸੈਂਬਲੀ ਵੀ ਬਣਦੀ ਹੈ ਜਿਵੇਂ ਅੱਜ ਕੱਲ੍ਹ ਬਣਦੀ ਹੈ, ਕੈਬਨਿਟ ਮਿਨਿਸਟਰ ਬਣਾਏ ਗਏ। 1946 ਵਾਲੀ ਜਿਹੜੀ ਸੀਗੀ ਉਹ ਬਣਾਈ ਗਈ। ਹੁਣ ਆਪਾਂ ਉਹ ਪੜਾਂਗੇ। ਇਸ ਤੋਂ ਬਾਅਦ ਫਿਰ ਆਪਾਂ ਕਹਿੰਦੇ ਜੀ ਸੰਵਿਧਾਨ ਬਣਾਓ, ਕਾਨੂੰਨ ਬਣਾਓ, ਲਾਗੂ ਕਰੋ, ਸਾਰਾ ਸਿਸਟਮ ਪੜਾਂਗੇ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ 101% ਵੀ ਕਿਉਂ ਪੰਗਾ ਪਿਆ ਸੰਵਿਧਾਨ ਵਾਲਾ ਤੇ ਕਿਉਂ ਆਪਾਂ ਨੂੰ ਪੜ੍ਹਨਾ ਪੈ ਰਿਹਾ ਹੈ। ਤਾਂ ਹੁਣ ਫਿਰ ਜਦੋਂ ਸੰਵਿਧਾਨ ਬਣਨਾ, ਅਲੱਗ-ਅਲੱਗ ਕਮੇਟੀਆਂ ਬਣਨਗੀਆਂ, ਤਾਂ ਸਭ ਤੋਂ ਮਹੱਤਵਪੂਰਨ ਡਰਾਫਟ ਕਮੇਟੀ ਬਣੂਗੀ। ਠੀਕ ਹੈ ਜੀ, ਤਾਂ ਸਾਰਾ ਕੁਝ ਪੜਾਂਗੇ 101% ਅਗਲੀ ਕਲਾਸ ਦੇ ਵਿੱਚ। ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਸਕਦੇ ਹੋ ਜੋ ਵੀ ਤੁਹਾਡੇ ਦਿਮਾਗ 'ਚ ਕੁਐਸਚਨ ਹੈਗਾ। ਸ਼ੁਕਰੀਆ ਜੀ, ਧੰਨਵਾਦ।